ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਦੇ ਕੈਂਪ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ। ਅਸੀਂ ਸਭ ਤੋਂ ਪਹਿਲਾਂ ਕੈਂਪ ਦੀ ਸ਼ੁਰੂਆਤ ਕਰਦੇ ਹਾਂ। ਜਦ ਤੱਕ ਵੀਰ ਬਲਜਿੰਦਰ ਸਿੰਘ ਜੀ ਸਾਡੇ ਨਾਲ ਜੁੜਦੇ ਨੇ ਤਦ ਤੱਕ ਜਿਹੜੇ ਬੱਚਿਆਂ ਦੀ ਅੱਜ ਜਾਪ ਦੀ ਸੇਵਾ ਹੈ ਉਹਨਾਂ ਨੂੰ ਬੇਨਤੀ ਹੈ ਜੀ ਕਿਰਪਾ ਕਰਕੇ ਹੈਂਡ ਰੇਸ ਕਰੋ ਜੀ ਜਿਨ੍ਹਾਂ ਦੀ ਅੱਜ ਦੀ ਜਾਪ ਦੀ ਸੇਵਾ ਹੈਗੀ ਹੈ। ਸੁਖਮਨੀ ਕੌਰ ਜੀ, ਸਿਮਰਨਪ੍ਰੀਤ ਕੌਰ ਜੀ 90879088 ਮੁੰਬਈ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਸੁਖਮਨੀ ਕੌਰ ਜੀ ਗੁਰਦਾਸਪੁਰ ਤੋਂ। ਸੋ ਹੁਣ ਕੀਰਤਨ ਦੀ ਸੇਵਾ ਨਿਭਾਉਣਗੇ ਜਸਮੀਤ ਕੌਰ ਜੀ, ਅਭੈਜੀਤ ਸਿੰਘ ਜੀ 14088 14099 ਅੰਮ੍ਰਿਤਸਰ ਤੋਂ। ਮਿਲ ਮੇਰੇ ਪ੍ਰੀਤਮਾ ਜਿਓ ਤੁਧ ਬਿਨਾ ਕਰੀ ਨੇ ਮਾਨੀ। ਮਿਲ ਮੇਰੇ ਪ੍ਰੀਤਮਾ ਜਿਓ ਤੁਧ ਬਿਨਾ ਕਰੀ ਨੇ ਮਾਨੀ। ਨਾਮੇ
मारे ना जाए। नानक कामन सदा सुहागन, ना पीर मरे ना जाए। मिल मेरे प्रीतमा जियो, तुझ बिना खरी ने मानी, तुझ बिना खरी ने मानी, तुझ बिना खरी ने मानी। वाहेगुरु जी का खालसा, वाहेगुरु जी की फतेह। बहुत धन्यवाद जी, दोनों ने बड़े प्रेम ਦੇ ਨਾਲ ਜਿਹੜਾ ਸ਼ਬਦ ਆ ਉਹ ਗਾਇਨ ਕੀਤਾ ਹੈ। ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਰਮਾਣੀ। ਸੋ ਬਹੁਤ ਧੰਨਵਾਦ ਜੀ। ਤਿੰਨੋਂ ਸ਼ਾਇਦ ਭੈਣ ਭਰਾ ਹੈਗੇ ਨੇ, ਸੋ ਤਿੰਨਾਂ ਦਾ ਹੀ ਬਹੁਤ ਬਹੁਤ ਧੰਨਵਾਦ। ਬੜਾ ਵਧੀਆ ਲੱਗਦਾ ਜਦੋਂ ਇੱਕੋ ਪਰਿਵਾਰ ਦੇ ਸਾਰੇ ਬੱਚੇ ਰਲ ਮਿਲ ਕੇ ਕੀਰਤਨ ਕਰਦੇ ਨੇ। ਸੋ ਬਹੁਤ ਧੰਨਵਾਦ ਜੀ। ਸੋ ਆਪਣਾ ਅੱਜ ਦਾ ਜੋ ਸੈਸ਼ਨ ਹੈ ਉਹ ਲੈਣਗੇ ਭੈਣ ਮਨਮੀਤ ਕੌਰ ਜੀ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅਗਰ ਉਹ ਜੁਆਇਨ ਕਰ ਚੁੱਕੇ ਨੇ ਤਾਂ ਭੈਣ ਜੀ ਹੈਂਡ ਰੇਜ਼ ਕਰ ਲੈਣ। ਹਾਂਜੀ। और आज का भैन जी का विषय बहुत ही प्यारा विषय है जी कि हाउ कैन आई बिकम एन एम्बेसडर ऑफ गुरु नानक साहिब जी। एम्बेसडर वर्ड पता किसी कोई चैट विच लिख सकता हो एम्बेसडर का मीनिंग की है? कोई स्टूडेंट चैट विच लिख सकता हो एम्बेसडर का मीनिंग? सारे देशों के एम्बेसडर होंगे है ना? नहीं, रोल मॉडल नहीं होंगे ਇਹਦਾ। लीडर, दूत, राजदूत। चलो वधिया आंसर आ रहे हैं, कोशिश कर रहे हैं सारे। अंबैसडर मीन जो वेरी गुड, किसी ने लिखा कि रिप्रेजेंट करना, बहुत वधिया जी। जिवें किसी कंट्री का अंबैसडर होंदा है तो वो उस कंट्री नूं रिप्रेजेंट कर रहा है। जदों असीं गुरु नानक साहिब जी दे अंबैसडर बन रहे हैं तो असीं गुरु नानक साहिब जी नूं रिप्रेजेंट कर रहे हैं। सो असीं गुरु नानक साहिब जी दे रिप्रेजेंटेटर किद्दां बनी, उन्हां दे अंबैसडर किद्दां बनी, ਉਹਦੇ ਲਈ ਅੱਜ ਸਾਡੇ ਨਾਲ ਸਾਨੂੰ ਦੱਸਣ ਦੇ ਲਈ ਜੁੜੇ ਨੇ ਭੈਣ ਜੀ ਮਨਮੀਤ ਕੌਰ ਜੀ। ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਭੈਣ ਜੀ ਨਾਲ ਫਤਿਹ ਸਾਂਝੀ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहिगुरु जी का खालसा, वाहिगुरु जी की फतेह जी। आप जी सारिਆਂ ਦਾ बहुत 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 धन्यवाद जी। आप जी ने फिर अपनी सेवा बख्शी जी हो, संगत ਦੇ ਚਰਨਾਂ ਦੇ ਦਰਸ਼ਨ ਕਰਾਏ ਜੀ ਹੋ। ਸੋ ਮਹਾਰਾਜ ਕਿਰਪਾ ਅਸੀਂ ਸਿੱਧਾ ਆਪਣਾ ਹੁਣ ਟੌਪਿਕ ਸ਼ੁਰੂ ਕਰਦੇ ਹਾਂ। ਇੱਕ ਨਜ਼ਮ ਬਸ ਸ਼ੇਅਰ ਕਰਦਾ ਜੀ। ਵਾਹਿਗੁਰੂ ਸਕਰੀਨ ਦਿਖ ਰਹੀ ਹੈ ਜੀ ਸਾਰਿਆਂ ਨੂੰ? ਹਾਂਜੀ ਭੈਣ ਜੀ ਦੇਖ ਰਹੀ ਹੈ। ਕਿਰਪਾ ਜੀ, ਕਿਰਪਾ। ਸੋ ਅੱਜ ਮਹਾਰਾਜ ਨੇ ਟੌਪਿਕ ਬਖਸ਼ਿਆ ਜੀ, ਬੀਇੰਗ ਐਨ ਐਂਬੈਸਡਰ ਆਫ ਗੁਰੂ ਨਾਨਕ। ਹੁਣੇ ਭੈਣ ਜੀ ਨੇ ਬਹੁਤ ਹੀ ਪਿਆਰੇ ਤਰੀਕੇ ਨਾਲ ਸ਼ੁਰੂਆਤ ਕੀਤੀ ਕਿ ਐਂਬੈਸਡਰ ਦਰਅਸਲ ਹੁੰਦਾ ਕੀ ਹੈ, ਤੇ ਮਹਾਰਾਜ ਕਿਰਪਾ ਸੰਗਤ ਦੇ ਬਹੁਤ ਪਿਆਰੇ ਜਵਾਬ ਵੀ ਆਏ। ਅਸੀਂ ਥੋੜਾ ਹੋਰ ਡਿਟੇਲ ਵਿੱਚ ਸਮਝਦੇ ਹਾਂ ਅੱਗੇ। ਐਂਬੈਸਡਰ ਹੁਣੇ ਜਿਵੇਂ ਇੱਕ ਆਨਸਰ ਆਇਆ ਸੀਗਾ ਰਿਪਰੈਜ਼ੈਂਟੇਟਿਵ। ਐਂਬੈਸਡਰ ਕੀ ਹੁੰਦਾ ਹੈ? ਰਿਪਰੈਜ਼ੈਂਟੇਟਿਵ ਮਤਲਬ ਪ੍ਰਤੀਨਿਧੀ। ਕਿਸੇ ਵੀ ਚੀਜ਼ ਨੂੰ, ਕਿਸੇ ਵੀ ਜਗ੍ਹਾ ਨੂੰ ਰਿਪਰੈਜ਼ੈਂਟ ਕਰਨਾ। ਜਿਵੇਂ ਕਿ ਤੁਹਾਡੇ ਸਾਰਿਆਂ ਦੇ ਕਲਾਸ ਦੇ ਮੋਨੀਟਰਸ ਹੁੰਦੇ ਨੇ, ਹੈ ਨਾ? ਹੁਣ ਅਗਰ ਕਿਧਰੇ ਵੀ ਕੋਈ ਮੀਟਿੰਗ ਹੋਏ ਤੇ ਇੱਕ ਕਲਾਸ ਚੋਂ ਇੱਕੋ ਬੱਚੇ ਨੇ ਜਾਣਾ ਹੋਏ ਤੇ ਕੌਣ ਜਾਂਦਾ ਹੈ? ਕਲਾਸ ਦਾ ਮੋਨੀਟਰ ਨਾ। ਉਹ ਸਾਰੇ ਬੱਚਿਆਂ ਨੂੰ ਉੱਥੇ ਰਿਪਰੈਜ਼ੈਂਟ ਕਰਕੇ ਆਉਂਦਾ ਹੈ। ਤੁਸੀਂ ਸਕੂਲ ਦੇ ਕਿਸੇ ਕੰਪੀਟੀਸ਼ਨ ਵਿੱਚ ਜਾਂਦੇ ਹੋ, ਹੈ ਨਾ? ਹੁਣ ਪੂਰਾ ਸਕੂਲ ਤੇ ਨਹੀਂ ਪਾਰਟਿਸਿਪੇਟ ਕਰਦਾ, ਤੁਸੀਂ ਇਕੱਲੇ ਕਰਦੇ ਹੋ ਨਾ, ਪਰ ਤੁਸੀਂ ਉਸ ਟਾਈਮ ਪੂਰੇ ਸਕੂਲ ਨੂੰ ਰਿਪਰੈਜ਼ੈਂਟ ਕਰ ਰਹੇ ਹੁੰਦੇ ਹੋ। ਪੂਰੇ ਸਕੂਲ ਵਾਸਤੇ ਤੁਸੀਂ ਇੱਕ ਅੱਗੇ ਕੰਪੀਟੀਸ਼ਨ ਵਿੱਚ ਜਾਂਦੇ ਹੋ, ਹੈ ਨਾ? ਸੋ ਉਹ ਹੁੰਦਾ ਇੱਕ ਰਿਪਰੈਜ਼ੈਂਟੇਟਿਵ। ਉਹਨੂੰ ਕਿਹਾ ਜਾਂਦਾ ਇੱਕ ਐਂਬੈਸਡਰ। ਐਂਬੈਸਡਰ ਮਤਲਬ ਜੋ ਕੋਈ ਵੀ ਇੱਕ ਕਿਸੇ ਜਗ੍ਹਾ ਨੂੰ, ਕਿਸੇ ਚੀਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਹੋਵੇ। ਹੁਣ ਦੋ ਜੋ ਬਹੁਤ ਅਸੀਂ ਕਾਮਨ ਵਰਡ ਸੁਣੀਦੇ ਨੇ, ਇੱਕ ਤੇ ਅਸੀਂ ਕੰਟਰੀਜ਼ ਦੇ ਹਿਸਾਬ ਨਾਲ ਸੁਣੀਦਾ ਹੈ, ਇੱਕ ਕੰਟਰੀ ਦਾ ਅੰਬੈਸਡਰ। ਹੁਣ ਜਿਵੇਂ ਭੈਣ ਜੀ ਨੇ ਦੱਸਿਆ ਨਾ, ਸੋ ਜਿਵੇਂ ਕਿ ਬਹੁਤ ਸਾਰੀਆਂ ਹੁਣ ਕੰਟਰੀਜ਼ ਹੈਗੀਆਂ ਤੇ ਹਰ ਇੱਕ ਕੰਟਰੀ ਵਿੱਚ ਦੂਸਰੀ ਕੰਟਰੀ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਇੱਕੋ ਕੋਈ ਬੰਦਾ ਜਾਂਦਾ ਹੈ ਤੇ ਉਹਨੂੰ ਆਪਣੀ ਕੰਟਰੀ ਦਾ ਰਿਪਰੈਜ਼ੈਂਟੇਟਿਵ ਜਾਂ ਅੰਬੈਸਡਰ ਕਿਹਾ ਜਾਂਦਾ ਹੈ। ਇੱਕ ਅੱਜ ਕੱਲ੍ਹ ਬਹੁਤ ਹੀ ਕਹਿ ਲਓ ਅਸੀਂ ਇਹ ਵਰਡ ਸੁਣਦੇ ਹੋਵਾਂਗੇ, ਬ੍ਰਾਂਡ ਅੰਬੈਸਡਰ। ਅਸੀਂ ਬਹੁਤ ਸਾਰੇ ਬ੍ਰਾਂਡਸ ਦੇਖਦੇ ਹਾਂ, ਹੈ ਨਾ? ਕੱਪੜਿਆਂ ਦੇ, ਖਾਣ ਪੀਣ ਦੇ ਬਹੁਤ ਸਾਰੇ ਬ੍ਰਾਂਡਸ ਹੈਗੇ ਤੇ ਸਭ ਦੀਆਂ ਐਡਸ ਵੀ ਅਸੀਂ ਦੇਖਦੇ ਹਾਂ।
ਉਹਨਾਂ ਐਡਸ ਵਿੱਚ ਤੁਸੀਂ ਜ਼ਿਆਦਾਤਰ ਦੇਖਦੇ ਹੋਵੋਗੇ ਕਿ ਇੱਕ ਚੀਜ਼ ਦੀ ਐਡ ਵਿੱਚ ਬਾਰ-ਬਾਰ ਕੋਈ ਇੱਕ ਹੀ ਬੰਦਾ ਆਉਂਦਾ ਹੈ। ਉਹ ਦਰਅਸਲ ਕੀ ਹੁੰਦਾ ਹੈ, ਉਹ ਹੁੰਦਾ ਹੈ ਉਸ ਬ੍ਰਾਂਡ ਦਾ ਅੰਬੈਸਡਰ ਜੋ ਉਸ ਬ੍ਰਾਂਡ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਠੀਕ ਹੈ, ਇਹਨੂੰ ਹੁਣ ਸਮਝਣ ਵਾਸਤੇ ਨਾ ਅਸੀਂ ਇੱਕ ਛੋਟੀ ਜਿਹੀ ਸਟੋਰੀ ਸੁਣਦੇ ਹਾਂ। ਸੋ ਕੀ ਹੋਇਆ, ਇੱਕ ਨਾ ਕੱਪੜਿਆਂ ਦਾ ਬ੍ਰਾਂਡ ਸੀ, ਉਹਨਾਂ ਨੇ ਇੱਕ ਜੈਕਟ ਨਵੀਂ ਕੱਢੀ ਤੇ ਹੁਣ ਉਹਨਾਂ ਨੇ ਇੱਕ ਕਿਸੇ ਬੰਦੇ ਨੂੰ, ਜਿਹਦਾ ਨਾਮ ਸੀ, ਇੱਕ ਕੁੜੀ ਸੀ, ਉਹਦਾ ਨਾਮ ਸੀ ਸ਼ੈਰਨ। ਉਸ ਸ਼ੈਰਨ ਨੂੰ ਉਹਨਾਂ ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾ ਲਿਆ ਕਿ ਬਈ ਹੁਣ ਤੁਸੀਂ ਸਾਡੇ ਬ੍ਰਾਂਡ ਨੂੰ ਰਿਪਰੈਜ਼ੈਂਟ ਕਰਨਾ, ਤੁਸੀਂ ਸਾਡੇ ਬ੍ਰਾਂਡ ਨੂੰ ਅੱਗੇ ਪ੍ਰਮੋਟ ਕਰਨਾ ਹੈ ਨਾ। ਤੇ ਸ਼ੈਰਨ ਬੜੀ ਖੁਸ਼ ਸੀ। ਸ਼ੈਰਨ ਨੇ ਉਹਨਾਂ ਦੀ ਜੈਕਟ ਪਾਈ, ਆਪਣੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਸਾਰੀ ਜਗ੍ਹਾ ਤੇ फोटोज खिंच के पाते जी, ये ब्रांड बहुत अच्छा है, मैं तो यही यूज करती हाँ, इन्नी गर्म जैकेट है, सर्दियों च मजा आ जाता है। ठीक है, उन्हें इन्नी सारी ऐड की ते सारिया ने देखा भी ये ब्रांड बहुत अच्छा है, शैरन रिप्रेजेंट कर रही है ना, बहुत अच्छा, असी भी खरीदते हैं। ठीक है जी, हुण सारिया ने खरीदिया। एक दिन की होया, शैरन किधरे जा रही सी, उन्होंने रस्ते च कोई होर बंदा मिलिया ਤੇ ਉਹਨੇ ਸ਼ੈਰਨ ਨੂੰ ਪੁੱਛਿਆ ਕਿ ਸ਼ੈਰਨ ਕੀ ਗੱਲ, ਤੁਸੀਂ ਉਹ ਵਾਲੇ ਬ੍ਰਾਂਡ ਦੀ ਜੈਕਟ ਨਹੀਂ ਪਾਈ? ਸ਼ੈਰਨ ਕਹਿੰਦੀ ਕਿ ਉਹ ਤੇ ਮੈਂ ਬਸ ਐਵੇਂ ਐਡ ਵਾਸਤੇ ਕੀਤਾ ਸੀ, ਮੈਨੂੰ ਪੈਸੇ ਮਿਲਨੇ ਸੀ ਤੇ ਮੈਂ ਉਹਦੀ ਐਡ ਕਰ ਦਿੱਤੀ, ਤੇ ਬਾਕੀ ਮੈਨੂੰ ਤੇ ਕੋਈ ਪਸੰਦ ਨਹੀਂ ਉਹ ਜੈਕਟ, ਮੈਂ ਨਹੀਂ ਪਾਉਂਦੀ ਆ ਨਾ, ਤੇ ਤੁਸੀਂ ਪਾਣੀ ਹੈ ਪਾਓ, ਮੈਂ ਤੇ ਸਿਰਫ ਪੈਸਿਆਂ ਵਾਸਤੇ ਐਡ ਕਰ ਦਿੱਤੀ ਸੀ। ਹੁਣ ਜਿਵੇਂ ਇਹ ਗੱਲ ਸਾਹਮਣੇ ਵਾਲੇ ਬੰਦੇ ਨੇ ਸੁਣੀ, ਉਹਨੇ ਤੇ ਜਾ ਕੇ ਹਰ ਜਗ੍ਹਾ ਤੇ ਖਬਰ ਫੈਲਾਤੀ कि बई ए ते ब्रांड एम्बेसडर ही नहीं पा रहा वो जैकेट, ते मतलब ब्रांड ही झूठा है। सारी जगह ते खबर फैल गई कि ये ब्रांड ही गलत है, क्योंकि जदों दा ब्रांड एम्बेसडर ही नहीं वो जैकेट पा रहा ते होर कोई की पाएगा ना। सो हुण इहदे तो सानू की चीज़ां सीखण नूं मिलदियां ने। अगर तुसी एम्बेसडर बनना है किसी दे, किसी ब्रांड दे, किसी कंट्री दे, किसी जगह दे, अपने स्कूल दे, ਤੇ ਤੁਹਾਨੂੰ ਕੀ ਕਰਨਾ ਪਏਗਾ, ਤੁਹਾਡੇ ਚ ਕੀ ਉਹ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲੇ ਇਹ ਨਾ ਤਿੰਨੋਂ ਚੀਜ਼ਾਂ ਤੁਸੀਂ ਕਿਧਰੇ ਨੋਟ ਕਰ ਲਓ, ਅੱਗੇ ਬਹੁਤ ਕਨੈਕਟ ਹੋਣਗੀਆਂ। ਠੀਕ ਹੈ, ਸੋ ਸਭ ਤੋਂ ਪਹਿਲੇ ਅਸੀਂ ਜਿਹੜੇ ਵੀ ਬ੍ਰਾਂਡ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਜਾਂ ਜਿਹੜੀ ਵੀ ਚੀਜ਼ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਸਾਨੂੰ ਉਹਦੇ ਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਇਹ ਬ੍ਰਾਂਡ ਜੇ ਕੋਈ ਕੰਮ ਕਰ ਰਿਹਾ ਹੈ, ਜੇ ਕੋਈ ਕੱਪੜੇ ਬਣਾ ਰਿਹਾ ਹੈ ਤੇ ਬਹੁਤ ਅੱਛੇ ਕੱਪੜੇ ਬਣਾ ਰਿਹਾ ਹੈ। ਤੇ ਬਹੁਤ ਜ਼ਰੂਰੀ ਹੈ ਕਿ ਅਗਰ ਤੁਸੀਂ ਉਹਦੇ ਐਮਬੈਸਡਰ ਹੋ ਤੇ ਤੁਸੀਂ ਉਸ ਬ੍ਰਾਂਡ ਦੇ ਕੱਪੜੇ ਖੁਦ ਵੀ ਰੋਜ਼ ਪਾਉਂਦੇ ਹੋਵੋ ਨਾ, ਡੇ ਟੂ ਡੇ ਲਾਈਫ ਵਿੱਚ ਅਸੀਂ ਵੀ ਉਹ ਪਾਉਂਦੇ ਹੋਈਏ। ਸੋ ਪਹਿਲਾ ਜ਼ਰੂਰੀ ਪੁਆਇੰਟ ਹੁੰਦਾ ਹੈ ਕਿ ਅਗਰ ਅਸੀਂ ਐਮਬੈਸਡਰ ਹੋਣਾ ਹੈ ਕਿਸੇ ਵੀ ਬ੍ਰਾਂਡ ਦੇ, ਕਿਸੇ ਵੀ ਜਗ੍ਹਾ ਤੇ ਸਾਨੂੰ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਉਸ ਜਗ੍ਹਾ ਤੇ। ਠੀਕ ਹੈ, ਉਹ ਕੀ ਕਰ ਰਹੇ ਨੇ ਸਾਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਕਿ ਉਹ ਬਿਲਕੁਲ ਠੀਕ ਕਰ ਰਹੇ ਨੇ, ਤੇ ਅਸੀਂ ਉਹਦੇ ਪ੍ਰੋਡਕਟਸ, ਉਹਦੀਆਂ ਚੀਜ਼ਾਂ ਅਸੀਂ ਰੋਜ਼ ਯੂਜ਼ ਵੀ ਕਰ ਰਹੇ ਹੋਈਏ। ਠੀਕ ਹੈ, ਦੂਸਰਾ ਪੁਆਇੰਟ ਹੁੰਦਾ ਹੈ ਕਿ ਸਾਡਾ ਉਸ ਜਗ੍ਹਾ ਦੇ ਨਾਲ ਇੱਕ ਲੌਂਗ ਟਰਮ ਰਿਲੇਸ਼ਨਸ਼ਿਪ ਹੋਏ। ਜਿਵੇਂ ਕਿ ਹੁਣ ਅਗਰ ਅਸੀਂ ਕੰਟਰੀ ਐਮਬੈਸਡਰ ਦੀ ਗੱਲ ਕਰੀਏ, ਇੱਕ ਕੰਟਰੀ ਦਾ ਰਿਪਰੈਜ਼ੈਂਟੇਟਿਵ ਬਣਨ ਵਾਸਤੇ ਤੁਹਾਨੂੰ ਪਹਿਲੇ ਉਸ ਕੰਟਰੀ ਵਿੱਚ ਕਿੰਨੇ ਸਾਲਾਂ ਤੋਂ ਰਹਿ ਰਹੇ ਹੋਣਾ ਚਾਹੀਦਾ ਹੈ। ਇਹ ਨਹੀਂ ਹੋ ਸਕਦਾ ਕਿ ਤੁਸੀਂ ਕਿਸੇ ਹੋਰ ਕੰਟਰੀ 'ਚ ਰਹਿ ਰਹੇ ਹੋਵੋ ਪਰ ਤੁਸੀਂ ਰਿਪਰੈਜ਼ੈਂਟ ਇੰਡੀਆ ਨੂੰ ਕਰ ਰਹੇ ਹੋਵੋ ਨਾ। ਸੋ ਉਸ ਜਗ੍ਹਾ ਨਾਲ, ਉਸ ਚੀਜ਼ ਨਾਲ ਤੁਹਾਡਾ ਲੌਂਗ ਟਰਮ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਹੈ। ਤੀਸਰੀ ਚੀਜ਼ ਕਿ ਅਗਰ ਤੁਸੀਂ ਐਮਬੈਸਡਰ ਹੋ ਨਾ, ਤੇ ਤੁਹਾਨੂੰ ਆਪਣੇ ਵੱਲੋਂ ਹੀ ਬਿਨਾਂ ਕਿਸੇ ਦੇ ਕਹੇ ਤੁਸੀਂ ਉਸ ਬ੍ਰਾਂਡ ਬਾਰੇ ਪ੍ਰਮੋਸ਼ਨ ਕਰੋਗੇ, ਸਾਰਿਆਂ ਨੂੰ ਦੱਸੋਗੇ ਉਸ ਬ੍ਰਾਂਡ ਬਾਰੇ ਕਿ ਇਹ ਬ੍ਰਾਂਡ ਸੱਚੀ ਬਹੁਤ ਅੱਛਾ ਹੈ, ਮੈਂ ਆਪ ਯੂਜ਼ ਕਰਦੀ ਹਾਂ ਤੇ ਬਹੁਤ ਅੱਛਾ ਹੈ ਨਾ। ਹੁਣ ਜਿਵੇਂ ਅਗਰ ਕੋਈ ਇੰਡੀਆ ਦਾ ਰਿਪਰੈਜ਼ੈਂਟੇਟਿਵ ਹੈ, ਉਹ ਬਾਹਰ ਜਾ ਕੇ ਅਗਰ ਕਹੇ ਨਾ ਜੀ ਇੰਡੀਆ ਤੇ ਰਹਿਣ ਲਾਇਕ ਜਗ੍ਹਾ ਹੀ ਨਹੀਂ ਹੈ, ਕਿ ਉਹ ਬ੍ਰਾਂਡ ਐਮਬੈਸਡਰ ਹੋਏਗਾ? ਨਹੀਂ। ਸੋ ਨੰਬਰ 1 ਅਸੀਂ ਉਸ ਚੀਜ਼ ਵਿੱਚ ਬਿਲੀਵ ਕਰੀਏ ਤੇ ਉਸ ਜਗ੍ਹਾ ਦੀਆਂ ਚੀਜ਼ਾਂ ਜਾਂ ਪ੍ਰੋਡਕਟਸ ਜਾਂ ਜੋ ਵੀ ਉਹ ਚੀਜ਼ ਪ੍ਰਮੋਟ ਕਰ ਰਹੀ ਹੈ ਉਹ ਅਸੀਂ ਵੀ ਯੂਜ਼ ਕਰਦੇ ਹੋਈਏ। ਨੰਬਰ 2 ਸਾਡਾ ਲੌਂਗ ਟਰਮ ਰਿਲੇਸ਼ਨਸ਼ਿਪ ਹੋਏ, ਆਉਣ ਜਾਣ ਵਾਲਾ ਜਾਂ ਕਦੀ ਵਾਲਾ ਰਿਲੇਸ਼ਨਸ਼ਿਪ ਨਹੀਂ। ਤੇ ਤੀਸਰਾ ਕਿ ਅਸੀਂ ਆਪ ਆਪਣੇ ਵੱਲੋਂ ਉਸ ਚੀਜ਼ ਨੂੰ ਪ੍ਰਮੋਟ ਕਰੀਏ। ਹੁਣ ਜ਼ਰਾ ਸੋਚੋ
ਕਿ ਜੇ ਮਹਾਰਾਜ ਕਿਰਪਾ ਕਰਨ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਐਂਬੈਸਡਰ ਬਣਨਾ ਹੈ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਕਿਵੇਂ ਅਪਲਾਈ ਕਰੀਏ। ਸਭ ਤੋਂ ਪਹਿਲੀ ਚੀਜ਼ ਅਸੀਂ ਸਮਝੀਏ ਕਿ ਗੁਰੂ ਨਾਨਕ ਪਾਤਸ਼ਾਹ ਦਾ ਬ੍ਰਾਂਡ ਕਿਹੜਾ ਹੈ। ਉਹਨਾਂ ਨੇ ਕਿਹੜਾ ਬ੍ਰਾਂਡ ਸ਼ੁਰੂ ਕੀਤਾ? ਸਿੱਖੀ। ਤਾਂ ਉਹਨਾਂ ਨੇ ਸਾਨੂੰ ਇੱਕ ਇੰਨਾ ਵੱਡਾ ਇੰਟਰਨੈਸ਼ਨਲ ਯੂਨੀਵਰਸਲ ਬ੍ਰਾਂਡ ਦਿੱਤਾ, ਸਿੱਖੀ। ਹੁਣ ਸਭ ਤੋਂ ਪਹਿਲਾ ਪੁਆਇੰਟ ਕੀ ਸੀ ਕਿ ਸਾਨੂੰ ਸਿੱਖੀ ਤੇ ਬਿਲੀਵ ਹੋਣਾ ਚਾਹੀਦਾ, ਸਾਨੂੰ ਉਸ ਬ੍ਰਾਂਡ ਤੇ ਬਿਲੀਵ ਹੋਣਾ ਚਾਹੀਦਾ, ਵਿਸ਼ਵਾਸ ਹੋਣਾ ਚਾਹੀਦਾ। ਹੁਣ ਉਹਦੇ ਨਾਲ ਕੀ ਸੀਗਾ ਕਿ ਅਸੀਂ ਉਸ ਬ੍ਰਾਂਡ ਦੇ ਪ੍ਰੋਡਕਟਸ ਯੂਜ਼ ਕਰ ਰਹੇ ਹੋਈਏ। ਸਿੱਖੀ ਦੇ ਪ੍ਰੋਡਕਟਸ ਕਿਹੜੇ ਨੇ? ਸਿੱਖੀ ਕੋਈ ਪ੍ਰੋਡਕਟਸ ਵੇਚਦੀ ਹੈ? ਸਿੱਖੀ ਵੇਚਦੀ ਨਹੀਂ ਹੈ, ਸਿੱਖੀ ਸਿਖਾਉਂਦੀ ਹੈ। ਸੋ ਸਿੱਖੀ ਦੇ ਪ੍ਰੋਡਕਟਸ ਕੀ ਹੋਏ? ਗੁਰੂ ਨਾਨਕ ਪਾਤਸ਼ਾਹ ਦੀਆਂ ਟੀਚਿੰਗਸ। ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਉਹ। ਤੇ ਹੁਣ ਜੇ ਅਸੀਂ ਉਹਨਾਂ ਪ੍ਰੋਡਕਟਸ ਨੂੰ ਡੇਲੀ ਯੂਜ਼ ਕਰਨਾ ਹੈ ਤੇ ਮਤਲਬ ਅਸੀਂ ਗੁਰੂ ਨਾਨਕ ਪਾਤਸ਼ਾਹ ਦੀਆਂ ਇਹਨਾਂ ਟੀਚਿੰਗਸ ਨੂੰ ਵੀ ਡੇਲੀ ਯੂਜ਼ ਕਰਨਾ ਹੈ। ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਅਸੀਂ ਆਪਣੇ ਜਦੋਂ ਜੀਵਨ ਵਿੱਚ ਧਾਰਨ ਕਰਾਂਗੇ, ਕੇਵਲ ਤਾਂ ਹੀ ਅਸੀਂ ਪਹਿਲਾ ਪੁਆਇੰਟ ਕਲੀਅਰ ਕਰ ਪਾਵਾਂਗੇ ਇੱਕ ਐਂਬੈਸਡਰ ਬਣਨ ਦਾ। ਕਿ ਹੁਣ ਗੁਰੂ ਨਾਨਕ ਪਾਤਸ਼ਾਹ ਦੀਆਂ ਟੀਚਿੰਗਸ ਕੀ ਨੇ, ਅਸੀਂ ਕੀ ਅਪਣਾਈਏ, ਅਸੀਂ ਕੀ ਆਪਣੇ ਜੀਵਨ ਵਿੱਚ ਲੈ ਕੇ ਆਈਏ। ਇਹ ਬਹੁਤ ਟੀਚਿੰਗਸ ਹੈਗੇ ਜੋ ਅਸੀਂ ਹੁਣ ਡਿਸਕਸ ਕਰਾਂਗੇ। ਵੈਸੇ ਜੇ ਅਸੀਂ ਸਿੱਖੀ ਦੇ ਟੀਚਿੰਗਸ ਦੀ ਗੱਲ ਕਰੀਏ ਤੇ ਅਥਾਹ ਨੇ, ਪਰ ਅਗਰ ਅਸੀਂ ਬਹੁਤ ਬੇਸਿਕ ਵੀ ਆਪਣੀ ਲਾਈਫ ਵਿੱਚ ਲੈ ਕੇ ਆਈਏ ਤੇ ਉਹ ਕੀ ਨੇ? ਸਭ ਤੋਂ ਪਹਿਲਾਂ ਜੋ ਅਸੀਂ ਸਾਰੇ ਪੜ੍ਹਦੇ ਹਾਂ, ਸਾਨੂੰ ਸਾਰਿਆਂ ਨੂੰ ਪਤਾ ਹੈ, 3 pillars, 3 ਥੰਮ, 3 ਸੁਨਹਿਰੀ ਉਪਦੇਸ਼ ਜੋ ਮਹਾਰਾਜ ਨੇ ਦਿੱਤੇ ਨੇ। ਨਾਮ ਜਪਣਾ, ਕਿਰਤ ਕਰਨਾ ਤੇ ਵੰਡ ਕੇ ਛਕਣਾ। ਸਭ ਤੋਂ ਪਹਿਲੀ ਗੱਲ, ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਐਂਬੈਸਡਰ ਅਖਵਾਉਣਾ, ਅਸੀਂ ਮਹਾਰਾਜ ਨੇ ਨਾਮ ਦਿੱਤਾ ਹੈ। ਸਭ ਤੋਂ ਪਿਆਰੀ ਚੀਜ਼ ਮਹਾਰਾਜ ਨੇ ਜੋ ਦਿੱਤੀ ਹੈ ਉਹ ਹੈ ਨਾਮ, ਅਕਾਲ ਪੁਰਖ ਜੀ ਦਾ ਨਾਮ। ਸਭ ਤੋਂ ਪਹਿਲੇ ਅਸੀਂ ਨਾਮ ਨੂੰ ਆਪਣੇ ਡੇਲੀ ਲਾਈਫ ਵਿੱਚ ਲੈ ਕੇ ਆਉਣਾ, ਬਾਣੀ ਪੜ੍ਹਨੀ ਹੈ, ਨਾਮ ਸਿਮਰਨ ਕਰਨਾ ਹੈ। ਸੋ ਉਸ ਨਾਮ ਨੂੰ ਅਸੀਂ ਆਪਣੀ ਡੇਲੀ ਲਾਈਫ ਵਿੱਚ ਲੈ ਕੇ ਆਉਣਾ। ਦੂਸਰਾ ਮਹਾਰਾਜ ਨੇ ਬਖਸ਼ਿਆ ਕਿਰਤ ਕਰਨਾ, ਕਿ ਅਸੀਂ ਸੱਚੀ ਸੁੱਚੀ ਕਿਰਤ ਕਰਨੀ ਹੈ, ਦਸਾਂ ਨੋਆਂ ਦੀ ਸੱਚੀ ਕਿਰਤ ਕਰਨੀ ਹੈ, ਆਪਣੀ ਜਿਹਨੂੰ ਕਿਹਾ ਜਾਂਦਾ ਨਾ ਖੂਨ ਪਸੀਨੇ ਦੀ ਕਮਾਈ। ਸੋ ਅਸੀਂ ਉਹ ਇੱਕ ਓਨੈਸਟ ਲਿਵਿੰਗ ਲੈਣੀ ਹੈ। ਅਸੀਂ ਝੂਠ ਨਹੀਂ ਬੋਲਣਾ, ਅਸੀਂ ਕਿਸੇ ਨੂੰ ਧੋਖਾ ਨਹੀਂ ਦੇਣਾ, ਅਸੀਂ ਚੋਰੀ ਕਰਕੇ ਕੁਝ ਕਮਾਉਣਾ ਨਹੀਂ ਨਾ। ਸੋ ਮਿਹਨਤ ਕਰਕੇ ਅਸੀਂ ਜੋ ਵੀ ਕਰਨਾ ਹੈ, ਪੂਰੀ ਮਿਹਨਤ ਕਰਕੇ ਪੂਰੀ ਓਨੈਸਟੀ ਨਾਲ ਕਰਨਾ ਤੇ ਵੰਡ ਕੇ ਛਕਣਾ। ਜੋ ਵੀ ਕੁਝ ਹੈ ਅਸੀਂ ਉਹ ਵੰਡ ਕੇ ਛਕਣਾ ਹੈ। ਅੱਗੇ ਮਹਾਰਾਜ ਗੱਲ ਕਰਦੇ ਨੇ ਨॉन डिस्क्रिमिनेशन, ਕਿ ਅਸੀਂ ਭੇਦਭਾਵ ਨਹੀਂ ਕਰਨਾ। ਮਹਾਰਾਜ ਨੇ ਜੋ ਸਭ ਤੋਂ ਪਹਿਲਾ ਨਾਰਾ ਲਗਾਇਆ ਸੀ, ਸਭ ਤੋਂ ਪਹਿਲਾ ਜੋ ਹੋਕਾ ਦਿੱਤਾ ਸੀ, ਉਹ ਕੀ ਸੀ? ਨਾ ਕੋ ਹਿੰਦੂ ਨਾ ਮੁਸਲਮਾਨ। ਕਿ ਜਿੰਨੇ ਵੀ ਅਸੀਂ ਇਨਸਾਨ ਹੈਗੇ ਹਾਂ, ਜਿੰਨੇ ਵੀ ਜੀਵ ਜੰਤੂ ਹੈਗੇ, ਅਸੀਂ ਸਾਰੇ ਉਸ ਇੱਕੋ ਅਕਾਲ ਪੁਰਖ ਦੇ ਹੀ ਬਣਾਏ ਹਾਂ। ਉਸ ਇੱਕੋ ਅਕਾਲ ਪੁਰਖ ਦੀ ਸੇਮ ਜੋਤ ਸਭ ਦੇ ਅੰਦਰ ਹੈ ਨਾ। ਉਸ ਜੋਤ ਵਿੱਚ ਵੀ ਕੋਈ ਡਿਫਰੈਂਸ ਨਹੀਂ, ਮਹਾਰਾਜ ਦੀ ਇੱਕੋ ਜੋਤ ਹੈ, ਉਹੀ ਸਾਰਿਆਂ ਦੇ ਅੰਦਰ ਹੈ ਤੇ ਕਿਸੇ ਵਿੱਚ ਵੀ ਕੋਈ ਵੀ ਡਿਫਰੈਂਸ ਨਹੀਂ ਹੈ। ਅੱਜ ਅਸੀਂ ਦੇਖਦੇ ਹਾਂ, ਮਾਫ ਕਰਿਓ ਮੈਂ ਜੇ ਸ਼ਾਇਦ ਟੌਪਿਕ ਤੋਂ ਥੋੜਾ ਜਿਹਾ ਰਿਗਰੈਸ ਹੋ ਜਾਵਾਂ, ਬਟ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ ਕਿ ਇੱਕ ਨੋਰਮਲ ਜੇ ਕਿਸੇ ਵੀ ਗੱਲ ਵਿੱਚ ਅਗਰ 2 ਅਲੱਗ ਰਿਲੀਜਨਸ ਦੇ ਇਨਸਾਨ ਉਹਦੇ 'ਚ ਇਨਵੋਲਵਡ ਹੈਗੇ ਤੇ ਉਹ ਉਸ ਮੁੱਦੇ ਤੋਂ ਹਟ ਕੇ ਸਿੱਧਾ ਗੱਲ ਪਹੁੰਚ ਜਾਂਦੀ ਹੈ ਕਿ ਇਹ ਤੇ ਜੀ ਧਰਮ ਦੇ ਨਾਮ ਤੇ ਲੜਾਈਆਂ ਹੋ ਰਹੀਆਂ ਨੇ। ਉਸ ਇੱਕ ਛੋਟੀ ਜਿਹੀ ਚੀਜ਼ ਨੂੰ ਅਸੀਂ ਧਰਮ ਦਾ ਨਾਮ ਦੇ ਕੇ ਉਹ ਪਤਾ ਨਹੀਂ ਕਿੰਨੀ ਵੱਡੀ ਹੇਟਰੇਡ ਬਣਾ ਦਿੰਦੇ ਹਾਂ ਅਸੀਂ। ਪਰ ਗੁਰੂ ਮਹਾਰਾਜ ਨੇ ਸਾਨੂੰ ਕੀ ਕਿਹਾ ਕਿ ਧਰਮ ਦੇ ਨਾਮ ਤੇ ਅਸੀਂ ਕਦੀ ਵੀ ਨਹੀਂ ਲੜਨਾ। ਧਰਮ ਸਭ ਦੇ ਉੱਚੇ ਸੁੱਚੇ ਨੇ ਤੇ ਮਹਾਰਾਜ ਨੇ ਸਾਨੂੰ ਕੀ ਸਿਖਾਇਆ ਹੈ ਕਿ ਹਰ ਇੱਕ ਧਰਮ ਦੀ ਅਸੀਂ
ਪੂਰੀ ਰਿਸਪੈਕਟ ਕਰਨੀ ਹੈ। ਕਦੀ ਵੀ ਕਿਧਰੇ ਤੁਹਾਨੂੰ ਲਾਈਫ ਵਿੱਚ ਵੀ ਅਗਰ ਲੱਗੇ ਨਾ ਕਿ ਹੁਣ ਧਰਮ ਦੇ ਨਾਮ ਤੇ ਕੁਛ ਤੇ ਲੜਾਈ ਹੋ ਰਹੀ ਹੈ, ਇਹ ਚੀਜ਼ ਧਰਮ ਦੇ ਨਾਮ ਵੱਲ ਜਾ ਰਹੀ ਹੈ, ਉਸ ਤੋਂ ਆਪਣੇ ਆਪ ਨੂੰ ਪਿੱਛੇ ਹਟਾਓ, ਦੇਖੋ ਕਿ ਐਗਜ਼ੈਕਟਲੀ ਚੀਜ਼ ਕੀ ਹੈ। ਕਦੀ ਵੀ ਅਸੀਂ ਇੱਕ ਗੁਰੂ ਕਾ ਸਿੱਖ ਹੁੰਦਿਆਂ ਧਰਮ ਦੇ ਨਾਮ ਤੇ ਹੋ ਰਹੀ ਲੜਾਈ ਨੂੰ ਅਸੀਂ ਵਧਾਵਾ ਨਹੀਂ ਦੇਣਾ। ਕਮਿੰਗ ਬੈਕ ਟੂ ਦ ਟੌਪਿਕ ਕਿ ਮਹਾਰਾਜ ਕਹਿੰਦੇ ਅਸੀਂ ਭੇਦਭਾਵ ਨਹੀਂ ਕਰਨਾ। ਸੋ ਕਿਸੇ ਨਾਲ ਵੀ ਅਸੀਂ ਕਿਸੇ ਨੂੰ ਵੀ ਨੀਵਾਂ ਨਹੀਂ ਕਹਿਣਾ, ਆਪਣੇ ਆਪ ਨੂੰ ਕਦੀ ਉੱਚਾ ਨਹੀਂ ਅਖਵਾਉਣਾ, ਅਸੀਂ ਸਾਰੇ ਇੱਕੋ ਹੈਗੇ ਆ। ਅੱਗੇ ਮਹਾਰਾਜ ਨੇ ਸਾਨੂੰ ਕੀ ਬਖਸ਼ਿਆ ਕਿ ਅਸੀਂ ਇੱਕ ਸੱਚੀ ਤੀਰਥ ਯਾਤਰਾ ਕਰਨੀ ਹੈ। ਹੁਣ ਉਹ ਤੀਰਥ ਕੀ ਹੈ ਸਾਡੇ ਵਾਸਤੇ? ਉਹ ਤੀਰਥ ਹੈ ਨਾਮ। ਪਹਿਲੇ ਨਾ ਇਹ ਬਹੁਤ ਹੁੰਦਾ ਸੀ ਕਿ ਮੈਂ ਇੰਨੀ ਵਾਰੀ ਇੱਕ ਤੀਰਥ ਯਾਤਰਾ ਕਰ ਲਵਾਂ ਨਾ, ਇੱਕ ਤੀਰਥ ਤੇ ਮੈਂ 5 ਵਾਰੀ ਦਰਸ਼ਨ ਕਰ ਲਾਂ ਜਾਂ 10 ਵਾਰੀ ਦਰਸ਼ਨ ਕਰ ਲਾਂ ਤੇ ਮੇਰੇ ਜੀ ਪੂਰਾ ਲਾਈਫ ਮੇਰੀ ਸੈਟਲ ਹੈ ਨਾ, ਕਿ ਮੇਰਾ ਪਾਰ ਉਤਾਰਾ ਹੋ ਜਾਏਗਾ। ਪਰ ਮਹਾਰਾਜ ਕੀ ਕਹਿੰਦੇ ਨੇ ਕਿ ਜੇ ਮਨ ਵਿੱਚ ਤੁਹਾਡੇ ਧੋਖਾ ਹੋਵੇ, ਹੈ ਨਾ, ਮਨ ਵਿੱਚ ਮੈਲ ਹੋਵੇ, ਮਨ ਸਾਫ਼ ਨਾ ਹੋਵੇ ਤੇ ਇੱਕ ਗਿਣਤੀ ਵਿੱਚ ਬਣ ਕੇ ਤੀਰਥ ਯਾਤਰਾਵਾਂ ਕਰਨੀਆਂ ਵੀ ਕੋਈ ਫਲ ਨਹੀਂ ਮਿਲੇਗਾ। ਜੇ ਤੁਸੀਂ ਮਨ ਵਿੱਚ ਪ੍ਰੇਮ ਹੋਵੇ, ਤੁਸੀਂ ਘਰ ਬੈਠੇ ਵੀ ਮਹਾਰਾਜ ਦਾ ਪ੍ਰੇਮ ਨਾਲ ਨਾਮ ਜਪ ਲਓ ਨਾ, ਤੇ ਉਹ ਕੇਵਲ ਇੱਕ ਖਿਣ ਪ੍ਰੇਮ ਨਾਲ ਨਾਮ ਜਪਿਆ ਵੀ ਤੁਹਾਡੇ ਜਨਮਾਂ ਜਨਮਾਂ ਦੇ ਪਾਪ ਧੋ ਦੇਵੇਗਾ, ਮੈਲ ਉਤਾਰ ਦੇਵੇਗਾ ਤੇ ਤੁਹਾਡਾ ਪਾਰ ਉਤਾਰਾ ਤਾਂ ਵੀ ਹੋ ਜਾਣਾ। ਸੋ ਮਹਾਰਾਜ ਨੇ ਇੱਕ ਸੱਚਾ ਤੀਰਥ ਸਾਨੂੰ ਬਖਸ਼ਿਆ ਹੈ ਜੋ ਕਿ ਹੈ ਨਾਮ। ਭਾਵ ਕਿ ਅਸੀਂ ਕਿਸੇ ਵੀ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ। ਠੀਕ ਹੈ ਜੀ। ਸੋ ਹੁਣ 3 ਅਗਰ ਮੇਨ ਟੀਚਿੰਗਸ, ਮੇਨ ਵੀ ਮਹਾਰਾਜ ਦੀਆਂ ਬਹੁਤ ਨੇ, ਪਰ ਅਗਰ ਅਸੀਂ ਉਹਨਾਂ ਚੋਂ ਕੋਈ ਵੀ 3 ਚੂਜ਼ ਕਰੀਏ ਤੇ ਮਹਾਰਾਜ ਨੇ ਸਭ ਤੋਂ ਪਹਿਲੇ ਸਾਨੂੰ ਦਿੱਤੇ 3 ਪਿਲਰਸ, 3 ਸੁਨਹਿਰੀ ਰੂਲਸ, 3 ਸੁਨਹਿਰੀ ਉਪਦੇਸ਼। ਫਿਰ ਮਹਾਰਾਜ ਨੇ ਕਿਹਾ ਕਿ ਅਸੀਂ ਕੋਈ ਭੇਦਭਾਵ ਨਹੀਂ ਕਰਨਾ ਕਿਸੇ ਨਾਲ, ਸਾਡੇ ਵਾਸਤੇ ਸਾਰੇ ਇੱਕ ਹੋ ਜਾਏਗੇ। ਮਹਾਰਾਜ ਨੇ ਇੱਕ ਹੋਰ ਗੱਲ ਸਾਨੂੰ ਕਹੀ ਕਿ ਅਸੀਂ ਕੋਈ ਵਹਿਮ ਭਰਮ ਕਰਕੇ ਕੋਈ ਵੀ ਗਿਣਤੀਆਂ ਮਿਣਤੀਆਂ ਵਿੱਚ ਨਾ ਕੇ ਅਸੀਂ ਕੇਵਲ ਤੇ ਕੇਵਲ ਪਿਆਰ ਨਾਲ ਉਸ ਅਕਾਲ ਪੁਰਖ ਦਾ ਨਾਮ ਜਪਣਾ ਹੈ। ਉਹੀ ਇੱਕ ਸੱਚਾ ਤੀਰਥ ਹੈ, ਉਹੀ ਸੱਚੀ ਤੀਰਥ ਯਾਤਰਾ ਹੈ। ਹੁਣ ਜੇ ਅਸੀਂ ਇਹਨੂੰ ਸਮਰਾਈਜ਼ ਕਰੀਏ, ਐਸੀ ਸਾਡਾ ਪਹਿਲਾ ਪੁਆਇੰਟ ਕਿ ਇੱਕ ਐਂਬੈਸਡਰ ਬਣਨ ਵਾਸਤੇ ਅਸੀਂ ਸਭ ਤੋਂ ਪਹਿਲੇ ਕੀ ਕਰਨਾ ਹੈ? ਉਸ ਬ੍ਰਾਂਡ ਤੇ ਵਿਸ਼ਵਾਸ ਰੱਖਣਾ ਹੈ ਤੇ ਉਹਦੇ ਪ੍ਰੋਡਕਟਸ ਨੂੰ ਰੋਜ਼ ਯੂਜ਼ ਕਰਨਾ ਹੈ। ਤੇ ਸਿੱਖੀ ਦੇ ਅਕੋਰਡਿੰਗ ਅਸੀਂ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਣਾ ਹੈ ਤੇ ਉਹਨਾਂ ਹੀ ਸਿੱਖਿਆਵਾਂ ਤੇ ਜਿਉਣਾ ਹੈ। ਉਹ ਸਾਡਾ ਪਹਿਲਾ ਪੁਆਇੰਟ ਹੋਏਗਾ ਜਦੋਂ ਅਸੀਂ ਇੱਕ ਐਂਬੈਸਡਰ ਬਣਨ ਵੱਲ ਤੁਰਾਂਗੇ। ਹੁਣ ਦੂਸਰਾ ਪੁਆਇੰਟ ਕੀ ਸੀਗਾ ਕਿ ਇੱਕ ਲੌਂਗ ਟਰਮ ਰਿਲੇਸ਼ਨਸ਼ਿਪ ਹੋਣਾ ਚਾਹੀਦਾ ਉਸ ਬ੍ਰਾਂਡ ਨਾਲ। ਹੁਣ ਉਹ ਕਿਵੇਂ ਸਿੱਖੀ ਨਾਲ ਕਿਵੇਂ ਹੋਏਗਾ ਵੀ ਲੌਂਗ ਟਰਮ ਰਿਲੇਸ਼ਨਸ਼ਿਪ? ਸਿੱਖੀ ਨਾਲ ਅਸੀਂ ਇੱਕ ਲੰਬਾ ਤੇ ਗੂੜਾ ਰਿਸ਼ਤਾ ਸਿਰਫ ਇਹਨਾਂ 2 ਚੀਜ਼ਾਂ ਦੇ ਬੇਸ ਤੇ ਬਣਾ ਸਕਦੇ ਹਾਂ। ਇੱਕ ਹੋਣਾ ਚਾਹੀਦਾ ਹੈ ਭਰੋਸਾ ਤੇ ਇੱਕ ਹੋਣੀ ਚਾਹੀਦੀ ਹੈ ਦ੍ਰਿੜਤਾ। ਹੁਣ ਭਰੋਸਾ ਕੀ ਹੁੰਦਾ ਤੇ ਦ੍ਰਿੜਤਾ ਕੀ ਹੁੰਦੀ ਹੈ? ਭਰੋਸਾ ਹੁੰਦਾ ਹੈ ਉਸ ਅਕਾਲ ਪੁਰਖ ਤੇ ਵਿਸ਼ਵਾਸ ਹੋਣਾ ਕਿ ਹਾਂ, ਉਹ ਅਕਾਲ ਪੁਰਖ ਹੈ, ਮੇਰੇ ਨਾਲ ਮੇਰੇ ਅੰਗ ਸੰਗ ਹੈ। ਤੇ ਦ੍ਰਿੜਤਾ ਉਹ ਮਨ ਦਾ ਇੱਕ ਕਹਿ ਲਓ ਅਡੋਲ ਵਿਸ਼ਵਾਸ ਕਿ ਕੇਵਲ ਉਹੀ ਹੈ, ਹੋਰ ਕੋਈ ਵੀ ਨਹੀਂ ਹੈ। ਸੋ ਭਰੋਸਾ ਕੀ ਹੋਇਆ ਕਿ ਅਕਾਲ ਪੁਰਖ ਹੈ, ਮੇਰੇ ਅੰਗ ਸੰਗ ਹੈ। ਤੇ ਦ੍ਰਿੜਤਾ ਕੀ ਹੈ ਕਿ ਕੇਵਲ ਉਹ ਅਕਾਲ ਪੁਰਖ ਹੀ ਹੈ, ਕੋਈ ਹੋਰ ਨਹੀਂ ਹੋ ਸਕਦਾ। ਮੇਰਾ ਸਹਾਈ ਕੌਣ ਹੈ? ਕੇਵਲ ਅਕਾਲ ਪੁਰਖ। ਇਹ ਹੁੰਦਾ ਹੈ ਭਰੋਸਾ ਹੋਣਾ ਤੇ ਦ੍ਰਿੜਤਾ ਹੋਣਾ। ਕਈ ਵਾਰ ਕੀ ਹੁੰਦਾ, ਅਸੀਂ ਕਹਿੰਦੇ ਆ ਮੈਨੂੰ ਤੇ ਵਾਹਿਗੁਰੂ ਜੀ ਤੇ ਪੂਰਾ ਵਿਸ਼ਵਾਸ ਹੈ ਕਿ ਮੇਰੇ ਨਾਲ ਹੀ ਹੈਗੇ, ਪਰ ਜਦੋਂ ਫਿਰ ਕੋਈ ਔਖੀ ਘੜੀ ਆਉਂਦੀ ਨਾ, ਫਿਰ ਅਸੀਂ ਭੱਜਦੇ ਆ, ਕਦੀ ਮੜੀਆਂ ਤੇ, ਕਦੀ ਮਸਜਿਦਾਂ ਤੇ, ਕਦੀ ਉਹ ਧਾਗੇ ਬੰਨ ਲਏ ਕਿ ਨਹੀਂ 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 ਇਹ ਵੀ ਕਰਨਾ ਜ਼ਰੂਰੀ ਹੈ। ਫਿਰ ਸਾਡੀ ਦ੍ਰਿੜਤਾ ਕਿਤੇ ਭੱਜ ਗਈ ਉਸ ਵੇਲੇ। ਜਦੋਂ ਅਸੀਂ ਮਹਾਰਾਜ ਤੇ ਸ਼ੰਕੇ ਕਰਨੇ ਸ਼ੁਰੂ ਕਰ ਦਈਏ ਨਾ, ਕੋਈ ਔਖਾ ਸਮਾਂ ਆਇਆ ਕਿ ਮੈਨੂੰ ਭਰੋਸਾ ਤੇ ਪੂਰਾ, ਪਰ ਮਹਾਰਾਜ ਮੇਰੇ ਨਾਲ ਏਦਾਂ ਕਿਉਂ ਕੀਤਾ ਤੁਸੀਂ? ਉੱਥੇ ਫਿਰ ਸਾਡਾ ਭਰੋਸਾ ਵੀ ਨਹੀਂ ਰਿਹਾ।
ਤੇ ਮਹਾਰਾਜ ਤੇ ਭਰੋਸਾ ਹੋਣਾ ਕਿ ਗੁਰੂ ਮਹਾਰਾਜ ਮੇਰੇ ਨਾਲ ਹੈਗੇ। ਜਦੋਂ ਕਦੀ ਐਗਜ਼ਾਮਸ ਵਿੱਚ ਹੁੰਦਾ ਨਾ ਸਾਡੇ ਨਾਲ, ਐਗਜ਼ਾਮਸ ਔਖੇ ਆ ਗਏ, ਮਹਾਰਾਜ ਕੀ ਯਾਰ ਮੈਂ ਇੰਨੀ ਤੇ ਪੜ੍ਹਾਈ ਕੀਤੀ ਸੀ, ਫਿਰ ਇਹਨਾਂ ਔਖਾ ਕਿਉਂ, ਹੁਣ ਤੇ ਮੈਂ ਪਾਸ ਵੀ ਨਹੀਂ ਹੋਣਾ, ਇਹ ਸਭ ਤੁਹਾਡੇ ਕਰਕੇ ਹੋ ਰਿਹਾ। ਸੋ ਉੱਥੇ ਭਰੋਸਾ ਕਿੱਥੇ ਗਿਆ, ਉੜ ਗਿਆ ਕਿਤੇ। ਤੇ ਫਿਰ ਐਗਜ਼ਾਮਸ ਤੋਂ ਪਹਿਲੇ ਅਸੀਂ ਕਦੀ ਉਹ ਧਾਗੇ ਬੰਨ ਲਏ, ਕਦੀ ਕੁਛ ਵੀ ਕਰ ਲਏ, ਟੀਕੇ ਲਾ ਲਏ ਕਿ ਨਹੀਂ ਨਹੀਂ ਇਹਦੇ ਨਾਲ ਧਿਆਨ ਬਣਿਆ ਰਹੇਗਾ, ਐਗਜ਼ਾਮ ਅੱਛਾ ਹੋਏਗਾ। ਉੱਥੇ ਦ੍ਰਿੜਤਾ ਤੇਲ ਵੇਚਣ ਚਲੀ। ਸੋ ਅਸੀਂ ਹਮੇਸ਼ਾ ਧਿਆਨ ਰੱਖਣਾ ਹੈ ਕਿ ਜੇ ਅਸੀਂ ਗੁਰੂ ਨਾਨਕ ਦੇ ਪੁੱਤਰ ਹਾਂ, ਜੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹਾਂ, ਤੇ ਸਾਡਾ ਉਸ ਗੁਰੂ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਕਿ ਉਹ ਅਕਾਲ ਪੁਰਖ ਸਾਡੇ ਅੰਗ ਸੰਗ ਹੈ। ਤੇ ਦ੍ਰਿੜਤਾ ਹੋਣੀ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕਿ ਜੇ ਅਕਾਲ ਪੁਰਖ ਹੈ ਤੇ ਬਸ ਉਹੀ ਹੈ, ਹੋਰ ਕੋਈ ਨਹੀਂ। ਹੋਰ ਕਿਸੇ ਦੇ ਅੱਗੇ ਜਾ ਕੇ ਕਿਸੇ ਨੂੰ, ਮੈਂ ਟੀਚਰਸ ਨੂੰ ਵੀ ਇਸ ਤਰ੍ਹਾਂ ਨਹੀਂ ਕਹਿਣਾ ਕਿ ਮੈਮ ਪਲੀਜ਼ ਪਾਸ ਕਰਾ ਦਿਓ। ਆਪਣੀ ਮਿਹਨਤ ਕਰਨੀ ਹੈ ਤੇ ਮਹਾਰਾਜ ਦੇ ਅੱਗੇ ਹੁਕਮ। ਹੁਣ ਇਹ ਵਿਸ਼ਵਾਸ ਆਏਗਾ ਕਿਵੇਂ? ਕਬੀਰ ਜੀ ਕਹਿੰਦੇ ਨੇ ਸਾਧ ਸੰਗਤ ਉਪਜੈ ਵਿਸ਼ਵਾਸ, ਕਿ ਸਾਧ ਸੰਗਤ ਵਿੱਚ ਜਾ ਕੇ, ਸਾਧ ਸੰਗਤ ਕਰਕੇ ਉਥੋਂ ਹੀ ਇਹ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਅਕਾਲ ਪੁਰਖ ਹੈ। ਨਹੀਂ ਤੇ ਸਾਡੇ ਮਨ ਛਿਨਕੇ ਚੱਲਦੇ ਰਹਿੰਦੇ ਨੇ। ਜਦ ਤੱਕ ਅਸੀਂ ਸੰਗਤ ਵਿੱਚ ਨਹੀਂ ਜਾਵਾਂਗੇ, ਜਦ ਤੱਕ ਅਸੀਂ ਸੰਗਤ ਦੇ ਦਰਸ਼ਨ ਨਹੀਂ ਕਰਾਂਗੇ, ਤਾਂ ਤੱਕ ਇਹ ਵਿਸ਼ਵਾਸ ਨਹੀਂ ਬਣੇਗਾ। ਤੇ ਉਹ ਵਿਸ਼ਵਾਸ ਫਿਰ ਕੀ ਕਹਿੰਦਾ ਹੈ, ਬਾਹਰ ਭੀਤਰ ਸਦਾ ਪ੍ਰਗਾਸ, ਕਿ ਬਾਹਰ ਵੀ ਤੇ ਅੰਦਰ ਵੀ ਹਰ ਥਾਂ ਉਹ ਕੇਵਲ ਇੱਕ ਅਕਾਲ ਪੁਰਖ ਦਾ ਹੀ ਪ੍ਰਕਾਸ਼ ਹੈ, ਕੇਵਲ ਉਹੀ ਮੌਜੂਦ ਹੈ, ਹੋਰ ਕੋਈ ਨਹੀਂ। ਸੋ ਇੱਥੇ ਵਿਸ਼ਵਾਸ ਵੀ ਆ ਗਿਆ ਤੇ ਦ੍ਰਿੜਤਾ ਵੀ ਆ ਗਈ। ਹੁਣ ਜਦੋਂ ਇਹ ਵਿਸ਼ਵਾਸ ਹੋਏਗਾ ਤਾਂ ਕੀ ਹੋਏਗਾ? ਕਬੀਰ ਜੀ ਅੱਗੇ ਸਾਨੂੰ ਇਹ ਵੀ ਸਮਝਾਉਂਦੇ ਨੇ, ਅਬ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਵਨ ਨਿਹੋਰਾ। ਭਾਵ ਕਿ ਹੁਣ ਜਦੋਂ ਮੈਨੂੰ ਅਕਾਲ ਪੁਰਖ ਜੀ ਤੇ ਤੁਹਾਡੇ ਤੇ ਭਰੋਸਾ ਹੈ ਕਿ ਇੱਕ ਸਿਰਫ ਤੁਸੀਂ ਹੀ ਹੋ ਮੇਰਾ ਆਸਰਾ, ਤੁਸੀਂ ਹੀ ਹੋ ਮੇਰੇ ਅੰਗ ਸੰਗ, ਫਿਰ ਮੈਨੂੰ ਕਿਸੇ ਨੂੰ ਵੀ ਖੁਸ਼ ਕਰਨ ਦੀ ਲੋੜ ਨਹੀਂ, ਮੈਨੂੰ ਕਿਸੇ ਦੇ ਵੀ ਅੱਗੇ ਜਾ ਕੇ ਹੱਥ ਫੈਲਾਉਣ ਦੀ ਲੋੜ ਨਹੀਂ। ਜਦ ਮੈਨੂੰ ਪਤਾ ਹੈ ਕਿ ਸਿਰਫ ਤੁਸੀਂ ਮੇਰੇ ਨਾਲ ਹੋ, ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਮੇਰੇ ਨਾਲ ਹੋ, ਫਿਰ ਮੈਂ ਕਿਸੇ ਤੇ ਡਿਪੈਂਡੈਂਟ ਨਹੀਂ ਹਾਂ। ਠੀਕ ਹੈ, ਸੋ ਉਸ ਟਾਈਮ ਤੇ ਆਪਕੋ ਇੰਡੀਪੈਂਡੈਂਸ ਆ ਜਾਂਦੀ ਹੈ ਕਿ ਬਸ ਅਕਾਲ ਪੁਰਖ ਜੀ ਤੇ ਹੀ ਮੈਂ ਡਿਪੈਂਡੈਂਟ ਹੋਣਾ ਹੈ, ਹੋਰ ਕਿਸੇ ਤੇ ਨਹੀਂ। ਸੋ ਇਹ ਹੁੰਦਾ ਜਦੋਂ ਸਾਡੇ ਵਿੱਚ ਭਰੋਸਾ ਆ ਜਾਵੇ। ਤੇ ਭਰੋਸਾ ਕਿਵੇਂ ਆਏਗਾ? ਕਬੀਰ ਜੀ ਨੇ ਸਮਝਾਇਆ, ਸਾਧ ਸੰਗਤ ਵਿੱਚ ਜਾ ਕੇ। ਹੁਣ ਜਿਸ ਇਨਸਾਨ ਨੂੰ ਐਸੀ ਦ੍ਰਿੜਤਾ ਆ ਗਈ, ऐसा आत्मक बल पैदा हो गया कि केवल वो इको अकाल पुरख ही है, फिर ऐसी दृढ़ता ताकै होए जाको दया मया प्रभ सोए, कि ये ਉਹਨਾਂ ਵਿੱਚ ਹੀ ਐਸੀ ਦ੍ਰਿੜਤਾ ਆ ਸਕਦੀ ਹੈ ਜਿਨ੍ਹਾਂ ਤੇ ਉਸ ਅਕਾਲ ਪੁਰਖ ਦੀ ਦਇਆ ਦ੍ਰਿਸ਼ਟੀ ਹੋਵੇ, ਜਿਸ ਉੱਪਰ ਉਸ ਅਕਾਲ ਪੁਰਖ ਨੇ ਪ੍ਰੇਮ ਬਰਸਾਇਆ। ਸੋ ਉਹ ਦ੍ਰਿੜਤਾ ਕੇਵਲ ਤੇ ਕੇਵਲ ਅਕਾਲ ਪੁਰਖ ਜੀ ਪੈਦਾ ਕਰ ਸਕਦੇ ਨੇ ਸਾਡੇ ਅੰਦਰ। ਜੇ ਅਸੀਂ ਅੰਦਰ ਭਰੋਸਾ ਲਿਆਈਏ ਤੇ ਮਹਾਰਾਜ ਕਿਰਪਾ ਕਰਨਗੇ ਕਿ ਉਹ ਦ੍ਰਿੜਤਾ ਵੀ ਆਏਗੀ। ਪਰ ਸਭ ਤੋਂ ਪਹਿਲਾਂ ਸਾਡਾ ਸਟੈਪ ਹੈ ਕਿ ਅਸੀਂ ਮਹਾਰਾਜ ਤੇ ਭਰੋਸਾ ਬਣਾਈਏ। ਹੁਣ ਦੂਸਰਾ ਸਟੈਪ ਅਸੀਂ ਇੱਥੇ ਕਲੀਅਰ ਕਰ ਲੈਂਦੇ ਹਾਂ। ਜਦੋਂ ਸਾਡੇ ਅੰਦਰ ਭਰੋਸਾ ਤੇ ਦ੍ਰਿੜਤਾ ਆ ਗਈ, ਮਤਲਬ ਕਿ ਅਸੀਂ 2 ਸਟੈਪਸ ਕਲੀਅਰ ਕਰ ਲਏ ਗੁਰੂ ਨਾਨਕ ਸਾਹਿਬ ਦੇ ਅੰਬੈਸਡਰ ਬਣਨ ਦੇ। ਭਰੋਸਾ ਤੇ ਦ੍ਰਿੜਤਾ ਨਾਲ ਸਾਡੀ ਸਿੱਖੀ ਨਾਲ ਇੱਕ ਬਹੁਤ ਗੂੜੀ ਤੇ ਇੱਕ ਲੰਮੇਰੀ ਸਾਂਝ ਹੋਏਗੀ, ਮਤਲਬ ਇੱਕ ਲੌਂਗ ਟਰਮ ਰਿਲੇਸ਼ਨਸ਼ਿਪ ਹੋਏਗਾ। ਤੇ ਜਦ ਇਹ ਨਹੀਂ ਬਣਿਆ ਤੇ ਅਸੀਂ ਅੰਬੈਸਡਰ ਵੀ ਨਹੀਂ ਬਣੇ। ਸੋ ਅਸੀਂ ਭਰੋਸਾ ਤੇ ਦ੍ਰਿੜਤਾ ਆਪਣੇ ਅੰਦਰ ਲਿਆਣੀ ਹੈ ਹਮੇਸ਼ਾ। ਹੁਣ ਅਸੀਂ ਤੀਸਰੇ ਪੁਆਇੰਟ ਤੇ ਚੱਲਦੇ ਹਾਂ। ਤੀਸਰਾ ਪੁਆਇੰਟ ਕੀ ਸੀ ਕਿ ਉਹ ਬ੍ਰਾਂਡ ਅੰਬੈਸਡਰ ਜੋ ਹੈ ਉਹ ਉਸ ਬ੍ਰਾਂਡ ਨੂੰ ਆਪਣੇ ਵੱਲੋਂ ਹੀ ਸਾਰਿਆਂ ਤੱਕ ਪ੍ਰਮੋਟ ਕਰਦਾ ਰਹੇ। ਹੁਣ ਪ੍ਰਮੋਟ ਮਤਲਬ ਪ੍ਰਚਾਰ ਕਰਨਾ, ਕਿ ਉਸ ਬ੍ਰਾਂਡ ਦਾ ਪ੍ਰਚਾਰ ਕਰਨਾ। ਹੁਣ ਜੇ ਸਿੱਖੀ ਦੀ ਗੱਲ ਕਰੀਏ
ਤੇ ਸਿੱਖੀ ਦਾ ਪ੍ਰਚਾਰ ਕਰਨਾ। ਸਿੱਖੀ ਸਾਡਾ ਉਹ ਬ੍ਰਾਂਡ ਹੈ ਨਾ, ਹੁਣ ਉਹ ਸਿੱਖੀ ਦਾ ਪ੍ਰਚਾਰ ਕਰਨਾ ਕਿਵੇਂ ਹੋ ਸਕਦਾ? ਅਸੀਂ ਪ੍ਰਚਾਰ ਦੋ ਤਰੀਕਿਆਂ ਨਾਲ ਕਰ ਸਕਦੇ ਹਾਂ। ਇੱਕ ਹੈ ਬੋਲ ਕੇ ਤੇ ਇੱਕ ਹੈ ਬਿਨਾਂ ਬੋਲੇ। ਅਸੀਂ ਕੁਝ ਨਹੀਂ ਵੀ ਬੋਲਾਂਗੇ ਤਾਂ ਵੀ ਪ੍ਰਚਾਰ ਹੋ ਸਕਦਾ। ਹੁਣ ਦੋਨੋਂ ਤਰੀਕੇ ਕਿਵੇਂ, ਕੀ ਕਰ ਸਕਦੇ ਹਾਂ ਅਸੀਂ? ਇਹ ਕੁਝ ਗੁਰੂ ਕੇ ਪਿਆਰੇ ਨੇ ਜਿਨ੍ਹਾਂ ਨੇ ਬੋਲ ਕੇ ਸਿੱਖੀ ਦਾ ਬਹੁਤ ਦੂਰ ਤੱਕ ਪ੍ਰਚਾਰ ਕੀਤਾ। ਮਸਕੀਨ ਜੀ, ਭਾਈ ਵੀਰ ਸਿੰਘ ਜੀ, ਗਿਆਨੀ ਪਿੰਦਰਪਾਲ ਸਿੰਘ ਜੀ, ਭਾਈ ਜਗਰਾਜ ਸਿੰਘ ਜੀ, ਦੁੱਕੇ ਜੀ। ਅੱਜ ਵੀ ਅਸੀਂ ਇਹਨਾਂ ਦੀਆਂ ਕਥਾਵਾਂ ਸੁਣ ਕੇ, ਅੱਜ ਵੀ ਅਸੀਂ ਇਹਨਾਂ ਦੀਆਂ ਲਿਖੀਆਂ ਕਿਤਾਬਾਂ ਪੜ੍ਹ ਕੇ ਸਿੱਖੀ ਬਾਰੇ ਸਮਝਦੇ ਹਾਂ। ਇਹ ਉਹ ਗੁਰੂ ਕੇ ਪਿਆਰੇ ਨੇ, ਅਥਾਹ ਨੇ। ਇਹ ਕੁਝ ਕੁ ਨਾਮ ਜੋ ਉਸ ਵੇਲੇ ਦਿਮਾਗ ਵਿੱਚ ਆਏ, ਉਹਨਾਂ ਦੀਆਂ ਫੋਟੋਜ਼ ਇੱਥੇ ਲਗਾਈਆਂ, ਪਰ ਅਥਾਹ ਨੇ ਜਿਨ੍ਹਾਂ ਨੇ ਬੋਲ ਕੇ ਸਿੱਖੀ ਦਾ ਪ੍ਰਚਾਰ ਕੀਤਾ। ਹੁਣ ਇਹਨਾਂ ਨੂੰ ਕਿਸੇ ਨੇ ਕਿਹਾ ਤੇ ਨਹੀਂ ਕਿ ਨਹੀਂ ਤੁਸੀਂ ਸਿੱਖੀ ਦੇ ਐਂਬੈਸਡਰ ਬਣੋ ਨਾ, ਤੁਸੀਂ ਜਾ ਕੇ ਸਿੱਖੀ ਨੂੰ ਪ੍ਰਮੋਟ ਕਰੋ। ਇਹਨਾਂ ਦੇ ਅੰਦਰੋਂ ਉਹ ਪਿਆਰ ਸੀ, ਉਹ ਪਿਆਰ ਹੈ, ਜਿਹਦੇ ਕਰਕੇ ਉਹ ਆਪ ਹੀ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਨਹੀਂ ਤੇ ਕਿਸੇ ਨੇ ਨਹੀਂ ਕਦੀ ਇਹਨਾਂ ਨੂੰ ਜਾ ਕੇ ਕਿਹਾ ਕਿ ਨਹੀਂ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ, ਕਦੀ ਨਹੀਂ ਕਿਹਾ ਨਾ। ਸਾਰਿਆਂ ਦੇ ਆਪਣੇ ਮਨ ਦੇ ਅੰਦਰ ਹੀ ਉਹ ਪ੍ਰੇਮ ਹੈ ਸਿੱਖੀ ਵਾਸਤੇ ਕਿ ਉਹ ਆਪ ਹੀ ਸਾਰਿਆਂ ਨੂੰ ਬੋਲ ਕੇ ਸਿੱਖੀ ਦਾ ਪ੍ਰਚਾਰ ਕਰਦੇ ਨੇ। ਹੁਣ ਜਦੋਂ ਅਸੀਂ ਬੋਲ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਤੇ ਅਸੀਂ ਕੀ ਧਿਆਨ ਵਿੱਚ ਰੱਖਣਾ ਹੈ? ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਮਹਾਰਾਜ ਕਿਰਪਾ ਇਹਨਾਂ ਪੰਕਤੀਆਂ ਤੇ ਬਹੁਤ ਡੂੰਘੀ ਵਿਚਾਰ ਪਿਛਲੀ ਵਾਰ ਹੋਈ ਸੀ। ਸੋ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਜਦੋਂ ਵੀ ਬੋਲਣਾ ਹੈ, ਅਸੀਂ ਕਿਸ ਤਰ੍ਹਾਂ, ਕਿਵੇਂ, ਕਿੱਥੇ ਤੇ ਕਿੰਨਾ ਬੋਲਣਾ ਨਾ। ਸੋ ਅਸੀਂ ਜਦੋਂ ਵੀ ਬੋਲ ਕੇ ਪ੍ਰਚਾਰ ਕਰਨਾ ਹੈ, ਅਸੀਂ ਉਹੀ ਸਾਰੀਆਂ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਨੇ। ਅਸੀਂ ਕਦੀ ਵੀ ਪ੍ਰਚਾਰ ਕਰਦੇ ਸਮੇਂ ਕਿਸੇ ਦੂਜੇ ਨੂੰ ਨੀਵਾਂ ਨਹੀਂ ਦਿਖਾਣਾ। ਅਸੀਂ ਕਦੇ ਵੀ ਪ੍ਰਚਾਰ ਕਰਦੇ ਸਮੇਂ ਆਪਣੀ ਹਉਮੈ ਵਿੱਚ ਨਹੀਂ ਆ ਜਾਣਾ ਕਿ ਨਹੀਂ ਮੈਂ ਬਿਲਕੁਲ ਠੀਕ ਹੈ। ਉਹ ਪ੍ਰਚਾਰ ਨਹੀਂ ਹੋਏਗਾ। ਸੋ ਜਦੋਂ ਵੀ ਅਸੀਂ ਬੋਲ ਕੇ ਪ੍ਰਚਾਰ ਕਰਨ ਦੀ ਸੇਵਾ ਮਿਲੇ, ਜਦੋਂ ਵੀ ਬੋਲ ਕੇ ਪ੍ਰਚਾਰ ਕਰਨ ਦਾ ਮਹਾਰਾਜ ਉਹ ਮੌਕਾ, ਉਹ ਸਬਬ ਬਖਸ਼ਣ, ਹਮੇਸ਼ਾ ਕੀ ਗੱਲਾਂ ਧਿਆਨ ਵਿੱਚ ਰੱਖਣੀਆਂ ਨੇ? ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਅੱਗੇ ਹੁਣ ਬਿਨਾਂ ਬੋਲੇ ਪ੍ਰਚਾਰ ਕਿਵੇਂ ਹੋ ਸਕਦਾ ਹੈ? ਗੁਰੂ ਮਹਾਰਾਜ ਨੇ ਨਾ ਇੱਕ ਸਾਨੂੰ ਬਹੁਤ ਹੀ ਪਿਆਰਾ ਇੱਕ ਸਾਡੀ ਪਰਸਨੈਲਿਟੀ ਦਿੱਤੀ ਹੈ। ਜੇ ਅਸੀਂ ਬਾਹਰੀ ਪਰਸਨੈਲਿਟੀ ਦੀ ਗੱਲ ਕਰੀਏ ਤੇ ਮਹਾਰਾਜ ਨੇ ਬਹੁਤ ਹੀ ਪਿਆਰਾ ਇੱਕ ਪਹਿਰਾਵਾ ਦਿੱਤਾ ਹੈ ਸਾਨੂੰ, ਜਿਹਦੇ ਵਿੱਚ ਸਾਡਾ ਬਾਣਾ ਤੇ ਸਾਡੀ ਦਸਤਾਰ ਤੇ ਸਾਡੇ 5 ਕਕਾਰ ਆਉਂਦੇ ਨੇ। ਹੁਣ ਇਹਨਾਂ ਕਕਾਰਾਂ ਦਾ, ਇਸ ਬਾਣੇ ਦਾ, ਇਸ ਦਸਤਾਰ ਦਾ ਇੰਨਾ ਕੁ ਇੱਕ ਉੱਚਾ ਰੁਤਬਾ ਹੈ ਕਿ ਜੇ ਤੁਸੀਂ ਇਹ ਬਾਣਾ ਧਾਰਨ ਕੀਤਾ ਹੋਵੇ, ਤੁਹਾਨੂੰ ਕੁਝ ਬੋਲਣ ਦੀ ਲੋੜ ਨਹੀਂ। ਮਹਾਰਾਜ ਕਿਰਪਾ ਜਦੋਂ ਉਹ ਗੁਣ ਸਾਡੇ ਅੰਦਰ ਵੀ ਹੋਣਗੇ ਤੇ ਉਹ ਗੁਣਾਂ ਦੀ ਝਲਕ ਜਿਵੇਂ ਮਹਾਰਾਜ ਨੇ ਸਾਨੂੰ ਬਾਣੀ ਵਿੱਚ ਦਿੱਤੀ, ਉਹ ਸਾਡੇ ਬਾਹਰ ਵੀ ਹੋਏਗੀ। ਤੁਸੀਂ ਕਦੀ ਨੋਟਿਸ ਕੀਤਾ ਹੋਏਗਾ ਕਿ ਸਾਡੇ ਸਾਰਿਆਂ ਨਾਲ ਕਦੀ ਨਾ ਕਦੀ ਇਹ ਹੋਇਆ ਹੋਵੇਗਾ ਕਿ ਅਸੀਂ ਕਿਧਰੇ ਵੀ ਜਾ ਰਹੇ ਹਾਂ, ਜੇ ਮਹਾਰਾਜ ਕਿਰਪਾ ਉਸ ਵੇਲੇ ਇੱਕ ਸੁੱਚਾ ਬਾਣਾ ਅਸੀਂ ਪਾਇਆ ਹੈ, ਦਸਤਾਰ ਸਜਾਈ ਹੈ ਤੇ ਸਾਰੇ ਇੱਕ ਬਹੁਤ ਹੀ ਰਿਸਪੈਕਟਫੁਲ ਨਜ਼ਰ ਨਾਲ ਤੁਹਾਨੂੰ ਦੇਖਦੇ ਨੇ। ਸੋ ਉਹ ਤੁਹਾਨੂੰ ਜਾਣਦੇ ਤੇ ਨਹੀਂ ਨੇ, ਹੈ ਨਾ, ਤੁਹਾਨੂੰ ਜਾਣਦੇ ਨਹੀਂ, ਤੁਹਾਡੇ ਨਾਲ ਕੋਈ ਗੱਲ ਨਹੀਂ ਹੋਈ, ਫਿਰ ਉਹ ਤੁਹਾਨੂੰ ਰਿਸਪੈਕਟ ਨਾਲ ਕਿਉਂ ਦੇਖ ਰਹੇ? ਕਿਉਂਕਿ ਇਹ ਤੁਹਾਡਾ ਨਹੀਂ, ਉਸ ਬਾਣੇ ਦਾ ਅਸਰ ਹੈ। ਉਸ ਬਾਣੇ ਦੀ ਪਾਵਰ ਹੈ ਕਿ ਜੇ ਅਸੀਂ ਸਿਰਫ ਬਾਣਾ ਧਾਰਨ ਵੀ ਕੀਤਾ ਹੋਵੇ ਤੇ ਇੱਕ ਅਸੀਂ ਚਲਦੇ ਫਿਰਦੇ ਪ੍ਰਚਾਰਕ ਹੁੰਦੇ ਹਾਂ, ਹੈ ਨਾ। ਗੁਰੂ ਮਹਾਰਾਜ ਨੇ ਹਰ ਇੱਕ ਸਿੱਖ ਨੂੰ ਇੱਕ ਚਲਦਾ ਫਿਰਦਾ ਪ੍ਰਚਾਰਕ ਹੋਣ ਨੂੰ ਕਿਹਾ ਕਿ ਅਸੀਂ ਕਿਤੇ ਵੀ ਜਾਈਏ ਨਾ, ਸਾਡੇ
ਬਾਹਰੋਂ ਵੀ ਤੇ ਸਾਡੇ ਅੰਦਰੋਂ ਵੀ ਗੁਰੂ ਨਾਨਕ ਦੇ ਉਹ ਗੁਣ ਝਲਕ ਰਹੇ ਹੋਣ, ਗੁਰੂ ਨਾਨਕ ਦੀ ਸਿੱਖੀ ਝਲਕ ਰਹੀ ਹੋਵੇ, ਤਾਂ ਜੋ ਬਿਨਾਂ ਹੀ ਕਿਸੇ ਦੇ ਕਹੇ, ਬਿਨਾਂ ਹੀ ਕਿਸੇ ਦੇ ਪੁੱਛੇ ਉਹਨੂੰ ਸਮਝ ਆ ਜਾਏ ਕਿ ਇਹ ਹੈ ਗੁਰੂ ਨਾਨਕ ਦਾ ਸਿੱਖ। ਤੇ ਜੇ ਤੁਸੀਂ ਜੀਵਨ ਜਿਉਣਾ ਹੈ ਤੇ ਐਸਾ ਜਿਓ, ਨਹੀਂ ਤੇ ਵਿਅਰਥ ਹੈ ਜੀਵਨ। ਸੋ ਜੇ ਅਸੀਂ ਗੁਰੂ ਨਾਨਕ ਕੇ ਸਿੱਖ ਬਣਨਾ ਹੈ, ਜੇ ਅਸੀਂ ਗੁਰੂ ਨਾਨਕ ਦੇ ਅੰਬੈਸਡਰ ਬਣਨਾ ਹੈ, ਜੇ ਗੁਰੂ ਨਾਨਕ ਪਾਤਸ਼ਾਹ ਨੂੰ ਰਿਪਰੈਜ਼ੈਂਟ ਕਰਨਾ ਹੈ, ਤੇ ਅਸੀਂ ਯਾਦ ਰੱਖਣਾ ਹੈ ਕਿ ਸਾਡੇ ਅੰਦਰ ਤੇ ਸਾਡੇ ਬਾਹਰ ਗੁਰੂ ਨਾਨਕ ਪਾਤਸ਼ਾਹ ਦੀਆਂ ਉਹੀ ਸਿੱਖਿਆਵਾਂ ਝਲਕ ਰਹੀਆਂ ਹੋਣ। ਤੇ ਜਦੋਂ ਅਸੀਂ ਪ੍ਰਚਾਰ ਕਰਨਾ ਹੈ, ਅਸੀਂ ਇਹਨਾਂ ਦੋਨੋਂ ਤਰੀਕਿਆਂ ਨਾਲ ਕਰ ਸਕਦੇ ਹਾਂ। ਹੁਣ ਅਸੀਂ ਹਰ ਥਾਂ ਤੇ ਜਾ ਕੇ ਬੋਲ ਨਹੀਂ ਸਕਦੇ, ਹਰ ਥਾਂ ਤੇ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲੇਗਾ ਕਿ ਅਸੀਂ ਸਾਰਿਆਂ ਨੂੰ ਕਹੀਏ ਕਿ ਸਿੱਖੀ ਕੀ ਹੈ ਨਾ, ਅਸੀਂ ਨਹੀਂ ਸਮਝਾ ਸਕਦੇ ਸਾਰਿਆਂ ਨੂੰ। ਉਹਨਾਂ ਥਾਵਾਂ ਵਾਸਤੇ ਸਾਡਾ ਬਾਣਾ ਹੀ ਬਹੁਤ ਕੁਝ ਹੈ, ਸਾਡਾ ਬਾਣਾ ਹੀ ਬਹੁਤ ਕੁਝ ਬੋਲ ਦਿੰਦਾ, ਜਿੱਥੇ ਸਾਨੂੰ ਜ਼ੁਬਾਨ ਤੋਂ, ਸਾਨੂੰ ਜਿੱਥੋਂ ਮੂੰਹੋਂ ਬੋਲਣ ਦਾ ਮੌਕਾ ਨਾ ਮਿਲੇ, ਜਾਂ ਅਸੀਂ ਨਹੀਂ ਬੋਲ ਸਕਦੇ ਕਿਸੇ ਵੀ ਕਾਰਨ ਵਿੱਚ। ਸੋ ਅਸੀਂ ਇਹਨਾਂ ਦੋ ਤਰੀਕਿਆਂ ਨਾਲ ਸਿੱਖੀ ਦਾ ਪ੍ਰਚਾਰ ਕਰ ਸਕਦੇ ਹਾਂ, ਬੋਲ ਕੇ ਤੇ ਬਿਨਾਂ ਬੋਲੇ। ਬੋਲ ਕੇ ਕਿਵੇਂ ਬੋਲੀਏ, ਸੱਚ ਧਰਮ ਝੂਠ ਨਾ ਬੋਲੀਏ, ਤੇ ਬਿਨਾਂ ਬੋਲੇ ਕਿਵੇਂ, ਉਸ ਬਾਣੇ ਨਾਲ। ਹੁਣ ਗੁਰੂ ਪਾਤਸ਼ਾਹ ਨੇ ਕੀ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हाँ करो ਨਿਵਾਸ। ਕਿ ਉਸ ਖਾਲਸੇ ਵਿੱਚ ਅਕਾਲ ਪੁਰਖ ਜੀ ਆਪ ਵਸਦੇ ਨੇ, ਤੇ ਅਕਾਲ ਪੁਰਖ ਜੀ ਜਿੱਥੋਂ ਨਿਕਲ ਵੀ ਜਾਣ ਉੱਥੇ ਵੀ ਕਿੰਨੇ ਬਦਲਾਵ ਆ ਜਾਂਦੇ ਨੇ। ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰੀਏ, ਅਸੀਂ ਕਿੰਨੀਆਂ ਸਾਖੀਆਂ ਪੜ੍ਹਦੇ ਆ, ਹੈ ਨਾ, ਮਹਾਰਾਜ ਨੇ ਉਦਾਸੀਆਂ ਕੀਤੀਆਂ, ਕੀ ਮਹਾਰਾਜ ਨੇ ਹਰ ਥਾਂ ਤੇ ਜਾ ਕੇ ਮਹਾਰਾਜ ਕਿਸ ਨੂੰ ਬੋਲ ਕੇ ਸਮਝਾ ਕੇ ਆਏ। ਮਹਾਰਾਜ ਜਿੱਥੋਂ ਲੰਘ ਵੀ ਜਾਂਦੇ ਸੀ ਨਾ, ਉਹ ਵੀ ਧਰਤੀ ਧਨ ਹੋ ਜਾਂਦੇ ਸੀ, ਉੱਥੇ ਵੀ ਪ੍ਰਚਾਰ ਹੋ ਜਾਂਦਾ ਸੀ। ਮਹਾਰਾਜ ਚਾਹੇ ਆਪਣੇ ਮੁਖਾਰਬੰਦ ਤੋਂ ਕੁਝ ਉਚਾਰਨ ਜਾਂ ਨਾ ਉਚਾਰਨ, ਮਹਾਰਾਜ ਦੀ ਇੱਕ ਪ੍ਰੈਜ਼ੈਂਸ ਹੀ ਇੰਨੀ ਪਾਵਰਫੁਲ, ਇੰਨੀ ਇੰਪੈਕਟਫੁਲ ਹੈ ਕਿ ਉਹ ਪੂਰੀ ਥਾਂ ਤੇ ਅਕਾਲ ਪੁਰਖ ਦਾ ਨਾਮ ਵਸ ਜਾਂਦਾ। ਤੇ ਅੱਗੋਂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਵੀ ਇਹ ਬਚਨ ਕੀਤੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹਾਂ ਕਰੋ ਨਿਵਾਸ। ਕਿ ਖਾਲਸਾ ਮੇਰਾ ਹੀ ਰੂਪ ਹੈ ਤੇ ਇੱਕ ਬਹੁਤ ਖਾਸ ਰੂਪ ਹੈ, ਉਸ ਖਾਲਸੇ ਵਿੱਚ ਮੈਂ ਆਪ ਵਾਸ ਕਰਦਾ ਹਾਂ। ਤੇ ਜਿਹਦੇ ਵਿੱਚ ਮਹਾਰਾਜ ਆਪ ਵਾਸ ਕਰਦੇ ਨੇ, ਉਹ ਤੇ ਹੋਇਆ ਨਾ ਫਿਰ ਚੱਲਦਾ ਫਿਰਦਾ ਪ੍ਰਚਾਰਕ। ਸੋ ਅਸੀਂ ਤੀਜੇ ਕਿਹੜੇ ਪੁਆਇੰਟ ਦਾ ਧਿਆਨ ਰੱਖਣਾ ਹੈ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਨਾ ਕਦੀ ਨਹੀਂ ਛੱਡਣਾ, ਭਾਵੇਂ ਬੋਲ ਕੇ ਭਾਵੇਂ ਬਿਨਾਂ ਬੋਲੇ, ਜਿੱਥੇ ਮੌਕਾ ਮਿਲੇ, ਜਿੱਥੇ ਸੇਵਾ ਮਿਲੇ ਉੱਥੇ ਬੋਲ ਕੇ, ਜਿੱਥੇ ਨਾ ਮਿਲੇ ਉੱਥੇ ਬਿਨਾਂ ਬੋਲੇ, ਪਰ ਅਸੀਂ ਕਦੀ ਸਿੱਖੀ ਦਾ ਪ੍ਰਚਾਰ ਆਪਣੇ ਵੱਲੋਂ ਕਰਨਾ ਨਹੀਂ ਛੱਡਣਾ। ਸੋ ਹੁਣ 3 ਪੁਆਇੰਟਸ ਕਿਹੜੇ ਹੋਏ? ਸਭ ਤੋਂ ਪਹਿਲਾ ਕਿਹੜਾ ਸੀ ਕਿ ਅਸੀਂ ਉਸ ਬ੍ਰਾਂਡ ਵਿੱਚ ਵਿਸ਼ਵਾਸ ਰੱਖਣਾ ਹੈ ਕਿ ਅਸੀਂ ਉਸ ਬ੍ਰਾਂਡ ਦੇ ਪ੍ਰੋਡਕਟਸ ਆਪਣੇ ਡੇਲੀ ਲਾਈਫ ਵਿੱਚ ਯੂਜ਼ ਕਰਨੇ। ਦੂਸਰਾ ਪੁਆਇੰਟ ਕੀ ਸੀ? ਅਸੀਂ ਉਸ ਬ੍ਰਾਂਡ ਨਾਲ ਸਾਡਾ ਲੌਂਗ ਟਰਮ ਰਿਲੇਸ਼ਨਸ਼ਿਪ ਹੋਏ। ਤੇ ਤੀਸਰਾ ਕਿ ਅਸੀਂ ਉਸ ਬ੍ਰਾਂਡ ਦਾ ਪ੍ਰਮੋਸ਼ਨ ਆਪਣੇ ਵੱਲੋਂ ਆਪੇ ਕਰੀਏ। ਹੁਣ ਜੇ ਅਸੀਂ ਗੁਰੂ ਨਾਨਕ ਕੇ ਸਿੱਖ ਭਾਵ ਗੁਰੂ ਨਾਨਕ ਦੇ ਅਸੀਂ ਇੱਕ ਅੰਬੈਸਡਰ ਬਣਨਾ ਹੈ, ਤੇ ਉਹ 3 ਚੀਜ਼ਾਂ ਫਿਰ ਕੀ ਹੋਣਗੀਆਂ ਕਿ ਅਸੀਂ ਗੁਰੂ ਦੀਆਂ ਸਿੱਖਿਆਵਾਂ ਨੂੰ ਮੰਨਣਾ ਹੈ ਤੇ ਆਪਣੀ ਡੇਲੀ ਲਾਈਫ ਵਿੱਚ ਜਿਉਣਾ ਹੈ। ਨੰਬਰ 2, ਅਸੀਂ ਗੁਰੂ ਤੇ ਭਰੋਸਾ ਰੱਖਣਾ ਹੈ ਤੇ ਦ੍ਰਿੜਤਾ ਲਿਆਣੀ ਹੈ। ਨੰਬਰ 3 ਕਿ ਅਸੀਂ ਸਿੱਖੀ ਦਾ ਪ੍ਰਚਾਰ ਹਰ ਵੇਲੇ ਕਿਸੇ ਵੀ ਤਰ੍ਹਾਂ ਹੋ ਸਕੇ ਕਰਦੇ ਰਹਿਣਾ। ਸੋ ਇਹ 3 ਤਰੀਕੇ ਨੇ, 3 ਸਟੈਪਸ ਹੈਗੇ ਜਿਨ੍ਹਾਂ ਨੂੰ ਅਸੀਂ ਜਦ ਪੂਰਾ ਕਰਾਂਗੇ ਤੇ ਮਹਾਰਾਜ ਆਪ ਕਿਰਪਾ ਕਰਨਗੇ ਜੀ, ਅਸੀਂ ਸਾਰੇ ਗੁਰੂ ਨਾਨਕ ਦੇ ਅੰਬੈਸਡਰ ਅਖਵਾਵਾਂਗੇ। ਸੋ ਆਓ ਸਾਰੇ ਹੱਥ ਬੰਨ ਕੇ ਮਹਾਰਾਜ ਨੂੰ ਅਰਦਾਸ ਕਰੀਏ ਕਿ ਗੁਰੂ ਪਾਤਸ਼ਾਹ ਆਪ ਜੀ ਨੇ ਇੰਨੀ ਪਿਆਰੀ ਸਾਨੂੰ ਸਿੱਖੀ ਬਖਸ਼ੀ ਹੈ, ਇੰਨਾ ਸੋਹਣਾ ਇੱਕ ਬ੍ਰਾਂਡ ਬਖਸ਼ਿਆ ਸਾਡੇ ਸਾਰਿਆਂ ਵਾਸਤੇ। ਤੇ ਮਹਾਰਾਜ ਕਿਰਪਾ ਕਰਨ ਉਹ ਸਿੱਖੀ ਦੇ ਗੁਣ ਅੰਦਰ ਤੇ ਬਾਹਰ ਸਾਡੇ ਸਾਰਿਆਂ ਵਿੱਚ ਵਸਣ, ਤਾਂ ਜੋ ਕੋਈ ਵੀ ਦੁਨੀਆ ਵਿੱਚ
ਜੇ ਆਪ ਜੀ ਨੂੰ ਵੇਖੇ ਤੇ ਇੱਕੋ ਉਹਨਾਂ ਦੇ ਮੁੱਖੋਂ ਆਵਾਜ਼ ਆਵੇ, ਧੰਨ ਗੁਰੂ ਨਾਨਕ ਧੰਨ ਸਿੱਖੀ। ਇੰਨੀਆਂ ਕੁ ਬਿਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਭੈਣ ਜੀ ਨੇ ਬੜੇ ਹੀ ਸੌਖੇ ਢੰਗ ਦੇ ਨਾਲ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੇ ਅੰਬੈਸਡਰ ਬਣਨ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਜਿਹੜਾ ਮੈਸੇਜ ਹੈ ਉਹਨੂੰ ਅੱਗੇ ਪਹੁੰਚਾਇਆ ਜਾ ਸਕਦਾ ਹੈ, ਵਰਬਲੀ ਤੇ ਨਾਨ ਵਰਬਲੀ। ਬਹੁਤ ਧੰਨਵਾਦ ਭੈਣ ਜੀ ਦਾ। ਸੋ ਹੁਣ ਬੱਚਿਆਂ ਦੇ ਹੈਂਡ ਰੇਜ਼ ਨੇ, ਪਰ ਉਸ ਤੋਂ ਪਹਿਲਾਂ ਮੈਂ ਇੱਕ ਬੱਚਿਆਂ ਨੂੰ ਗੱਲ ਕਰਨੀ ਚਾਹਨੀ ਹਾਂ ਕਿ ਸਾਰੇ ਅਸੀਂ ਦੇਖੋ ਜਿੰਨੇ 6 ਮਹੀਨਿਆਂ ਤੋਂ ਜਿਹੜੇ ਬੱਚੇ ਰੈਗੂਲਰ ਜੁੜੇ ਹੋਏ ਨੇ ਨਾ, ਉਹ ਪਹਿਲੀ ਪੌੜੀ ਤਾਂ ਚੜ ਗਏ ਨੇ ਗੁਰੂ ਸਾਹਿਬ ਜੀ ਦਾ ਮੈਸੇਜ ਪਹੁੰਚਾਉਣ ਦੇ ਲਈ, ਕਿਉਂਕਿ ਅਸੀਂ ਆਪ ਸਿੱਖਿਆ ਲੈ ਲਈ ਹੈ। ਸੋ ਮੈਂ ਸਾਰੇ ਬੱਚਿਆਂ ਨੂੰ ਇੱਕ ਹੋਰ ਵੀ ਬੇਨਤੀ ਕਰਾਂਗੀ ਕਿ ਅਸੀਂ ਨਾ ਹੁਣ ਆਪਣੇ ਇਲਾਕੇ ਦੇ ਵਿੱਚ ਇੱਕ ਕੰਮ ਕਰੀਏ, ਭਾਵੇਂ ਆਪਣੇ ਘਰ ਦੇ ਵਿੱਚ ਜਾਂ ਆਪਣੇ ਜਿਹੜੇ ਵੀ ਨੇੜੇ ਗੁਰਦੁਆਰਾ ਸਾਹਿਬ ਹੈ, ਉੱਥੇ ਅਸੀਂ ਨਾ ਜੇ ਕੁਝ ਹੋਰ ਨਹੀਂ ਕਰ ਸਕਦੇ, ਸੰਡੇ ਦੇ ਸੰਡੇ ਛੋਟੇ ਬੱਚੇ ਜਾਂ ਜਿਹੜੇ ਵੀ ਆਪਣੇ ਫਰੈਂਡ ਸਰਕਲ ਹੈ, ਹੌਲੀ ਹੌਲੀ ਉਹਨਾਂ ਬੱਚਿਆਂ ਦੀ ਨਾ ਜਿੱਦਾਂ ਗੁਰਮਤ ਦੀ ਕਲਾਸ ਲੈਣੀ ਸ਼ੁਰੂ ਕਰ ਲਈਏ, ਉਹਨਾਂ ਨੂੰ ਗੁਰਮਤ ਬਾਰੇ ਦੱਸਣਾ ਸ਼ੁਰੂ ਕਰ ਲਈਏ, ਤਾਂ ਹੌਲੀ ਹੌਲੀ ਇਹ ਕਾਫਲਾ ਇੰਨਾ ਵੱਡਾ ਹੋ ਜਾਏਗਾ ਨਾ, ਸਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਕਿਹੜਾ ਮੈਸੇਜ ਕਿਹਦੀ ਲਾਈਫ ਨੂੰ ਚੇਂਜ ਕਰ ਗਿਆ। ਸੋ ਉਹ ਜਿਹੜੀ ਕਿਰਪਾ ਹੋਏਗੀ ਗੁਰੂ ਸਾਹਿਬ ਜੀ ਦੀ, ਜਦੋਂ ਅਸੀਂ ਨਿਸ਼ਕਾਮ ਹੋ ਕੇ ਕਰਦੇ ਹਾਂ, ਬਿਨਾਂ ਕਿਸੇ ਲਾਲਚ ਤੋਂ ਅਸੀਂ ਗੁਰੂ ਸਾਹਿਬ ਜੀ ਦੇ ਜਿਹੜਾ ਮੈਸੇਜ ਅੱਗੇ ਪਹੁੰਚਾਉਂਦੇ ਹਾਂ, ਤਾਂ ਜ਼ਰੂਰ ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰਦੇ ਨੇ। ਸੋ ਮੈਂ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਹਰ ਵਾਰੀ ਦੀ ਤਰ੍ਹਾਂ ਉਹਨਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਬੱਚਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਸੋ ਹੁਣ ਜਿਹੜੇ ਬੱਚਿਆਂ ਦੇ ਹੈਂਡ ਰੇਜ਼ ਨੇ, ਅਸੀਂ ਉਹਨਾਂ ਬੱਚਿਆਂ ਦੇ ਨਾਲ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਜਿਹੜੇ ਬੱਚਿਆਂ ਦੇ ਵੀਡੀਓਜ਼ ਔਨ ਹੈ, ਪਹਿਲਾਂ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ। ਜਸਮੀਤ ਕੌਰ 16117। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਆਵਾਜ਼ ਆ ਰਹੀ ਹੈ? ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਮਨਮੀਤ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਮੈਮ ਮੇਰਾ ਕੁਐਸਚਨ ਹੈ ਕਿ ਬਹੁਤ ਲੋਕਾਂ ਨੂੰ ਗੁਰੂ ਤੇ ਭਰੋਸਾ ਹੁੰਦਾ ਹੈ, ਪਰ ਜਦੋਂ ਉਹਨਾਂ ਨੂੰ ਕੋਈ ਮੁਸ਼ਕਿਲ ਆ ਜਾਂਦੀ ਹੈ, ਫਿਰ ਉਹਨਾਂ ਦਾ ਗੁਰੂ ਤੇ ਭਰੋਸਾ ਹਟ ਜਾਂਦਾ। ਉਹਨਾਂ ਨੂੰ ਆਪਾਂ ਕਿਵੇਂ ਸਮਝਾ ਸਕਦੇ ਹਾਂ ਐਵੇਂ ਨਾ ਕਰੋ? ਹਾਂਜੀ ਭੈਣ ਜੀ ਵਾਹਿਗੁਰੂ, ਬਹੁਤ ਹੀ ਪਿਆਰਾ ਸਵਾਲ ਹੈ। ਇੱਕ ਤੇ ਸਾਨੂੰ ਇਹ ਗੱਲ ਸਮਝਣੀ ਕਿ ਅਸੀਂ ਕਿਸੇ ਨੂੰ ਨਹੀਂ ਸਮਝਾ ਸਕਦੇ, ਅਸੀਂ ਕਿਸੇ ਨੂੰ ਨਹੀਂ ਸਮਝਾ ਸਕਦੇ, ਅਸੀਂ ਸਿਰਫ ਦੂਸਰਿਆਂ ਨੂੰ ਇਨਸਪਾਇਰ ਕਰ ਸਕਦੇ ਹਾਂ। ਕਿ ਤੁਸੀਂ ਇੱਕ ਬਹੁਤ ਸਿੰਪਲ ਜਿਹਾ ਐਗਜ਼ਾਮਪਲ ਲੈਂਦੇ ਹਾਂ। ਜੇ ਅਸੀਂ ਸਾਡੀ ਕੋਈ ਅਸੀਂ ਕਲਾਸ ਹੈਗੀ ਨਾ, ਸਬਜੈਕਟ ਅਸੀਂ ਸਕੂਲ ਵਿੱਚ ਪੜ੍ਹ ਰਹੇ ਹਾਂ, ਅਸੀਂ ਉਸ ਟੀਚਰ ਦਾ ਕੰਮ ਨਹੀਂ ਕਰਦੇ ਜੋ ਸਾਨੂੰ ਬਾਰ-ਬਾਰ ਕਹਿੰਦੀ ਕਿ ਬੇਟਾ ਪੜ੍ਹ ਲਓ, ਬੇਟਾ ਪੜ੍ਹ ਲਓ, ਬੇਟਾ ਪੜ੍ਹ ਲਓ। ਮੈਂ ਲਾਈਕ ਠੀਕ ਹੈ, ਬੋਲ ਰਹੇ ਹੋ, ਅਸੀਂ ਜਦੋਂ ਪੜ੍ਹਨਾ ਹੋਏਗਾ ਪੜ੍ਹ ਲਾਂਗੇ ਨਾ। ਪਰ ਅਸੀਂ ਉਸ ਟੀਚਰ ਦਾ ਜ਼ਰੂਰ ਹੋਮਵਰਕ ਕਰਦੇ ਹਾਂ ਜੋ ਕਿ ਸਾਨੂੰ ਬਹੁਤ ਅੱਛੀ ਲੱਗਦੀ ਹੈ। ਤਾਂ ਉਸ ਟੀਚਰ ਨੇ ਸਾਨੂੰ ਇਨਸਪਾਇਰ ਕੀਤਾ ਹੈ ਆਪਣੇ, ਚਾਹੇ ਪੜ੍ਹਾਉਣ ਦੇ ਢੰਗ ਤੋਂ, ਚਾਹੇ ਬੋਲਣ ਦੇ ਢੰਗ ਤੋਂ, ਕਿਸੇ ਵੀ ਤਰ੍ਹਾਂ ਉਸ ਟੀਚਰ ਨੇ ਸਾਨੂੰ ਇਨਸਪਾਇਰ ਕੀਤਾ। ਇਸ ਕਰਕੇ ਅਸੀਂ ਉਹਦਾ ਹੋਮਵਰਕ ਸਭ ਤੋਂ ਪਹਿਲੇ ਕਰ ਲੈਂਦੇ ਹਾਂ, ਜੋ ਸਿਰਫ ਸਾਨੂੰ ਬੋਲਦੇ ਰਹਿੰਦੇ ਨੇ ਕਿ ਬੇਟਾ ਪੜ੍ਹ ਲਓ, ਅਸੀਂ ਨਹੀਂ ਪੜ੍ਹਦੇ। ਤਾਂ ਅਸੀਂ ਕਿਸੇ ਨੂੰ ਵੀ ਕਦੇ ਸਮਝਾ ਨਹੀਂ ਸਕਦੇ ਕਿ ਆਪ ਜੀ ਨੇ ਕੀ ਕਰਨਾ ਹੈ, ਅਨਲੈਸ ਉਹ ਆਪ ਜੀ ਕੋਲ ਆ ਰਹੇ ਸਮਝਣ ਵਾਸਤੇ ਕਿ ਮੈਨੂੰ ਇਹ ਦਿੱਕਤ ਆ ਰਹੀ ਹੈ, ਆਪ ਜੀ ਮੈਨੂੰ ਸਮਝਾਓ ਮੈਂ ਕੀ ਕਰਾਂ ਨਾ। ਸੋ ਅਸੀਂ ਸਿਰਫ ਤਾਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ, ਅਦਰਵਾਈਜ਼ ਅਸੀਂ ਸਿਰਫ ਤੇ ਸਿਰਫ ਇੰਸਪਾਇਰ ਕਰ ਸਕਦੇ ਹਾਂ। ਇੰਸਪਾਇਰ ਕਰਨ ਵਾਸਤੇ ਸਾਨੂੰ ਪਹਿਲੇ ਉਹ ਗੁਣ ਸਾਡੇ ਆਪਣੇ ਅੰਦਰ ਹੋਣਗੇ, ਤਾਂ ਹੀ ਅਗਲਾ ਬੰਦਾ ਵੇਖ ਕੇ ਉਹ ਚੀਜ਼ ਸਮਝੇਗਾ। ਹੁਣ ਮੰਨੋ ਕਿ ਕੋਈ ਵੀ ਇੱਕ ਫਿਟਨੈਸ ਟ੍ਰੇਨਰ ਹੈ ਨਾ, ਕੋਈ ਵੀ ਜਿਮ ਟ੍ਰੇਨਰ ਹੈ, ਕੋਈ ਵੀ ਐਕਸਰਸਾਈਜ਼ ਸਿਖਾਉਂਦਾ ਹੈ, ਅਗਰ ਤੁਹਾਨੂੰ ਉਹ ਆਪ ਇੰਨਾ ਮੋਟਾ ਹੈਗਾ ਹੈ ਨਾ, ਉਹਦੇ ਆਪ ਕੋਲ ਚੱਲਿਆ ਨਹੀਂ ਜਾ ਰਿਹਾ, ਤਾਂ ਕਹਿ ਰਿਹਾ ਨਹੀਂ ਮੈਂ ਤੁਹਾਨੂੰ ਐਕਸਰਸਾਈਜ਼ ਸਿਖਾਉਂਗਾ, ਸਿੱਖ ਲਓਗੇ ਤੁਸੀਂ ਉਹਦੇ ਕੋਲ? ਉੱਥੇ ਤੇ ਆਪ ਸਵਾਲ ਆਣਗੇ ਕਿ ਯਾਰ ਆਪ ਤੇ ਕਰ ਨਹੀਂ ਰਿਹਾ, ਮੈਨੂੰ ਕੀ ਸਿਖਾਏਗਾ, ਹੈ ਨਾ। ਸੋ ਸਭ ਤੋਂ ਪਹਿਲੇ ਗੱਲ ਆਉਂਦੀ ਹੈ ਕਿ ਅਸੀਂ ਆਪਣੇ ਆਪ ਵਿੱਚ ਉਹ ਚੀਜ਼ ਲੈ ਕੇ ਆਈਏ। ਜੇ ਮਹਾਰਾਜ ਕਿਰਪਾ ਸਾਡਾ ਗੁਰੂ ਤੇ ਭਰੋਸਾ ਬਣ ਗਿਆ ਨਾ, ਤੇ ਇਸ ਦੁਨੀਆ 'ਚੋਂ ਇੱਕ ਬੰਦੇ ਨੂੰ ਅਸੀਂ ਸਿਖਾ ਦਿੱਤਾ ਤੁਸੀਂ ਗੁਰੂ ਤੇ ਭਰੋਸਾ ਕਰਨਾ, ਤੇ ਜਦੋਂ ਫਿਰ ਸਾਰੇ ਤੁਹਾਨੂੰ ਵੇਖਣਗੇ ਕਿ ਇਹਨਾਂ ਦਾ ਗੁਰੂ ਤੇ ਕਿੰਨਾ ਭਰੋਸਾ ਹੈ, ਤੇ ਹਮੇਸ਼ਾ ਖੁਸ਼ ਰਹਿੰਦੇ ਨੇ ਨਾ, ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ, ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਨੇ, ਤੇ ਉਹਨਾਂ ਦਾ ਆਪਣਾ ਮਨ ਕਰੇਗਾ ਕਿ ਯਾਰ ਮੈਂ ਵੀ ਇਸ ਤਰ੍ਹਾਂ ਜੀਵਾਂ। ਕੇਵਲ ਤੇ ਕੇਵਲ ਅਸੀਂ ਇੰਸਪਾਇਰ ਕਰ ਸਕਦੇ ਹਾਂ, ਅਸੀਂ ਕਿਸੇ ਨੂੰ ਨਹੀਂ ਸਮਝਾ ਸਕਦੇ ਕਿ ਤੁਸੀਂ ਕਿਵੇਂ ਜਿਉਣਾ। ਬਹੁਤ ਧੰਨਵਾਦ ਭੈਣ ਜੀ ਦਾ, ਬੜੀ ਪਿਆਰੀ ਗੱਲ
ਸਾਡੇ ਅੰਦਰ ਲਾਈਟ ਹੋਏਗੀ ਅਸੀਂ ਤਾਂ ਹੀ ਦੂਸਰੇ ਦੀ ਬੱਤੀ ਨੂੰ ਜਗਾ ਸਕਾਂਗੇ। ਜਿਸ ਤਰ੍ਹਾਂ ਇੱਕ ਦੀਵਾ ਅਗਰ ਉਹ ਆਪ ਜਗਦਾ ਹੋਏਗਾ ਤਾਂ ਹੀ ਦੂਸਰੇ ਨੂੰ ਜਗਾ ਸਕੇਗਾ। ਸੋ ਅਸੀਂ ਦੂਸਰੇ ਨੂੰ ਇੰਸਪਾਇਰ ਕਰਨ ਦੇ ਨਾਲ ਨਾਲ ਆਪ ਵੀ ਇੰਸਪਾਇਰਡ ਰਹੀਏ। ਬਹੁਤ ਧੰਨਵਾਦ ਭੈਣ ਜੀ ਦਾ। ਪ੍ਰਭਜੋਤ ਸਿੰਘ 15637। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੇਰਾ ਸਵਾਲ ਸੀਗਾ ਕਿ ਜਿਵੇਂ ਆਪਾਂ ਵੇਖਦੇ ਹਾਂ ਗੁਰੂ ਸਾਹਿਬ ਜੀ ਦੀਆਂ ਫੋਟੋਆਂ ਬਣਾਉਂਦੇ ਨੇ, ਕਿ ਇਹ ਰੀਅਲ ਵਿੱਚ ਉਹਨਾਂ ਦੀਆਂ ਫੋਟੋਆਂ ਹਨ? नहीं वाहिगुरू, ਇਹਨਾਂ ਚੋਂ ਕੋਈ ਵੀ ਫੋਟੋ ਰੀਅਲ ਨਹੀਂ ਹੈ, ਕੋਈ ਵੀ ਪੇਂਟਿੰਗ ਰੀਅਲ ਨਹੀਂ ਹੈ। ਅਸੀਂ ਬਹੁਤ ਸਾਰੀਆਂ ਐਸੀਆਂ ਅੱਜ ਕੱਲ੍ਹ ਫੇਸਬੁੱਕ WhatsApp ਤੇ ਆਉਂਦੀਆਂ ਨੇ ਕਿ ਜੀ ਇਹ ਰੀਅਲ ਫੋਟੋ ਹੈ, ਪਰ ਐਸਾ ਨਹੀਂ ਹੁੰਦਾ। ਇੱਕ ਸਾਖੀ ਆਉਂਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਦੀ, ਕਿ ਇੱਕ ਪੇਂਟਰ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਮਹਾਰਾਜ ਨੂੰ ਕਿ ਮਹਾਰਾਜ ਮੈਂ ਆਪ ਜੀ ਦੀ ਨਾ ਇੱਕ ਪੇਂਟਿੰਗ ਬਣਾਉਣਾ ਚਾਹੁੰਦਾ। ਤੇ ਮਹਾਰਾਜ ਨੇ ਕਿਹਾ ਠੀਕ ਹੈ ਬਣਾਓ। ਉਹਨਾਂ ਪੇਂਟਰ ਨੇ ਬਣਾਉਣੀ ਸ਼ੁਰੂ ਕੀਤੀ। ਪੜ੍ਹਾਉਂਦੇ ਪੜ੍ਹਾਉਂਦੇ ਉਹਨਾਂ ਨੇ ਵਿੱਚ ਹੱਥ ਜੋੜਦੇ ਕਿ ਮਹਾਰਾਜ ਆਪ ਜੀ ਦੇ ਚਿਹਰੇ ਤੇ ਹੀ ਇੰਨਾ ਨੂਰ ਹੈ ਕਿ ਉਹ ਚੀਜ਼ ਕਦੀ ਵੀ ਮੈਂ ਕਾਗਜ਼ ਤੇ ਕੋਈ ਵੀ ਕਦੀ ਕਾਗਜ਼ ਤੇ ਲਿਆ ਹੀ ਨਹੀਂ ਸਕਦਾ। ਸੋ ਮਹਾਰਾਜ ਦੀਆਂ ਜਿੰਨੀਆਂ ਵੀ ਮੂਰਤਾਂ ਜਾਂ ਜਿੰਨੀਆਂ ਵੀ ਪੇਂਟਿੰਗਸ ਬਣੀਆਂ ਨੇ ਉਹਨਾਂ 'ਚੋਂ ਕੋਈ ਵੀ ਰੀਅਲ ਨਹੀਂ ਹੈ। ਤੇ ਮਹਾਰਾਜ ਨੇ ਤਾਂ ਸਗੋਂ ਸਾਨੂੰ ਇਹਨਾਂ ਪੇਂਟਿੰਗਸ ਤੋਂ, ਇਹਨਾਂ ਮੂਰਤਾਂ ਤੋਂ ਹਟਾ ਕੇ ਕੇਵਲ ਤੇ ਕੇਵਲ ਨਾਮ ਨਾਲ ਜੁੜਨ ਨੂੰ ਕਿਹਾ ਹੈ। ਸੋ ਇਹ ਫੋਟੋਜ਼ ਜਾਂ ਜਿੰਨੀਆਂ ਵੀ ਮੂਰਤੀਆਂ ਜਾਂ ਕੁਝ ਵੀ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਜਿੰਨੀਆਂ ਪ੍ਰਚਲਿਤ ਹੋ ਰਹੀਆਂ ਨੇ, ਬਣ ਰਹੀਆਂ ਨੇ, ਇਹਨਾਂ 'ਚੋਂ ਕੋਈ ਵੀ ਰੀਅਲ ਨਹੀਂ ਹੈ। ਜੀ ਬਹੁਤ ਧੰਨਵਾਦ ਭੈਣ ਜੀ ਦਾ। ਬਾਣੀ ਦਾ ਗੁਰਮੂਰਤ ਗੁਰ ਸ਼ਬਦ ਹੈ। ਗੁਰੂ ਦੀ ਜਿਹੜੀ ਮੂਰਤ ਹੈ ਉਹ ਗੁਰੂ ਦਾ ਸ਼ਬਦ ਹੀ ਹੈ। ਜਦੋਂ ਅਸੀਂ ਸ਼ਬਦ ਨੂੰ ਸਮਝ ਕੇ ਜੀਵਨ ਵਿੱਚ ਵਸਾਉਂਦੇ ਹਾਂ, ਅਸਲ ਜਿਹੜੀ ਫੋਟੋ ਹੈ ਸਾਡੇ ਮਨ ਦੇ ਵਿੱਚ ਬਣਦੀ ਹੈ। ਜੀ ਬਹੁਤ ਧੰਨਵਾਦ ਭੈਣ ਜੀ ਦਾ। ਸੋ ਅਸੀਂ ਹੁਣ ਨੈਕਸਟ ਸਟੂਡੈਂਟ ਲਵਾਂਗੇ ਜੀ 13032 ਅਜਨਾਲਾ ਤੋਂ। PPP 13032। बच्चन बेनती कि अपने मैम मेरी आवाज आ रही है? आ रही है जी। मैम वाहिगुरू जी का खालसा वाहिगुरू जी की फतेह। मेरा क्वेश्चन है कि ਤੁਸੀਂ ਕੀ ਪ੍ਰਚਾਰ ਕਰਨ ਦੇ 3 ਪੁਆਇੰਟ ਉਹ ਕੀ ਦੱਸੇ ਸੀ? ਭੈਣ ਜੀ ਇਹਨਾਂ ਦੀ ਆਵਾਜ਼ ਥੋੜੀ ਘੱਟ ਰਹੀ ਹੈ, ਬਟ ਇਹਨਾਂ ਦਾ ਕੁਐਸਚਨ ਹੈਗਾ ਕਿ ਜਿਹੜੇ ਸਿੱਖੀ ਪ੍ਰਚਾਰ ਦੇ 3 ਪੁਆਇੰਟ ਦੱਸੇ ਸੀ ਉਹ ਕਿਹੜੇ ਦੱਸੇ ਸੀ? ਅੱਛਾ ਵਾਹਿਗੁਰੂ, ਸਿੱਖੀ ਪ੍ਰਚਾਰ ਦੇ ਬੇਸਿਕਲੀ ਅਸੀਂ ਪੁਆਇੰਟ ਡਿਸਕਸ ਕੀਤੇ ਨੇ ਕਿ ਅਸੀਂ ਅੰਬੈਸਡਰ, ਅਸੀਂ ਰਿਪਰੈਜ਼ੈਂਟੇਟਿਵ ਕਿਵੇਂ ਬਣਨਾ ਹੈ ਨਾ। ਉਹਦੇ 3 ਪੁਆਇੰਟਸ ਹੈਗੇ ਕਿ ਸਭ ਤੋਂ ਪਹਿਲਾਂ ਅਸੀਂ ਸਿੱਖੀ ਤੇ ਭਰੋਸਾ ਰੱਖਣਾ ਹੈ ਤੇ ਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ। ਜੋ ਮਹਾਰਾਜ ਨੇ ਸਿਖਾਇਆ ਅਸੀਂ ਉਹ ਮੰਨਣਾ ਹੈ ਤੇ ਅਸੀਂ ਉਹ ਜਿਉਣਾ ਵੀ ਹੈ। ਦੂਸਰਾ ਪੁਆਇੰਟ ਸੀਗਾ ਕਿ ਅਸੀਂ ਕਿਵੇਂ ਸਿੱਖੀ ਨਾਲ ਇੱਕ ਲੌਂਗ ਟਰਮ ਰਿਲੇਸ਼ਨਸ਼ਿਪ ਰੱਖਣਾ ਹੈ, ਭਾਵ ਸਾਡਾ ਸਿੱਖੀ ਤੇ ਸਾਡਾ ਗੁਰੂ ਤੇ ਪੂਰਾ ਭਰੋਸਾ ਤੇ ਦ੍ਰਿੜਤਾ ਹੋਣੀ ਚਾਹੀਦੀ ਹੈ। ਤੇ ਤੀਸਰਾ ਸੀ ਕਿ ਬਿਨਾਂ ਕਿਸੇ ਦੇ ਕਹੇ, ਬਿਨਾਂ ਕਿਸੇ ਦੇ ਪ੍ਰੈਸ਼ਰਾਈਜ਼ ਕੀਤੇ, ਬਿਨਾਂ ਅਸੀਂ ਲਾਲਚ ਚ ਆਏ ਕਿ ਪੈਸਿਆਂ ਕਰਕੇ ਜਾਂ ਕਿਸੇ ਹੋਰ ਵੀ ਪਦਾਰਥ ਕਰਕੇ ਅਸੀਂ ਆਪਣੇ ਮਨ ਵਿੱਚ ਉਹ ਪਿਆਰ ਪੈਦਾ ਕਰਨਾ ਹੈ ਕਿ ਅਸੀਂ ਸਿੱਖੀ ਦਾ ਪ੍ਰਚਾਰ ਹਰ ਵੇਲੇ ਕਰਦੇ ਰਹੀਏ। ਹੁਣ ਉਹ 2 ਤਰੀਕਿਆਂ ਨਾਲ ਹੋ ਸਕਦਾ ਹੈ, ਇੱਕ ਬੋਲ ਕੇ ਤੇ ਇੱਕ ਬਿਨਾਂ ਬੋਲੇ। ਬੋਲ ਕੇ ਕਿ ਅਸੀਂ ਮਹਾਰਾਜ ਦੇ ਬਚਨ ਸਾਰਿਆਂ ਨੂੰ ਸੁਣਾਈਏ ਕਿ ਮਹਾਰਾਜ ਨੇ ਕੀ ਕਿਹਾ, ਜਿਵੇਂ ਕਿ ਕਥਾਵਾਚਕ ਜਾਂ ਸੈਸ਼ਨਸ ਜਿਵੇਂ ਹੁੰਦੇ ਨੇ। ਤੇ ਦੂਸਰਾ ਹੁੰਦਾ ਹੈ ਬਿਨਾਂ ਬੋਲੇ, ਭਾਵ ਆਪਣੇ ਸਰੂਪ ਨਾਲ, ਆਪਣੇ ਬਾਹਰੀ ਸਰੂਪ ਨਾਲ, ਦਸਤਾਰ, ਬਾਣਾ, ਕਕਾਰ, ਜਦੋਂ ਇਹ ਸਭ ਧਾਰਨ ਕਰਾਂਗੇ, ਮਨ ਵਿੱਚ ਪ੍ਰੇਮ ਹੋਏਗਾ ਤੇ ਉਹ ਮਹਾਰਾਜ ਦੀ ਝਲਕ ਸਾਰਿਆਂ ਨੂੰ ਦਿਸੇਗੀ। ਸੋ ਉਹ ਐਕਚੁਅਲੀ ਉਸ ਟਾਈਮ ਤੇ ਤੁਹਾਡਾ ਕੁਝ ਨਹੀਂ ਹੁੰਦਾ, ਆਪਣਾ ਕੁਝ ਨਹੀਂ ਹੁੰਦਾ, ਉਹ ਮਹਾਰਾਜ ਦਾ ਹੀ ਇੱਕ ਕਹਿ ਲਓ ਮਹਾਰਾਜ ਦਾ ਹੀ ਬਾਣਾ ਹੈ, ਮਹਾਰਾਜ ਦੀ ਹੀ ਉਹ ਬਖਸ਼ਿਸ਼ ਹੈ ਕਿ ਉਹ ਸਾਰਿਆਂ ਨੂੰ ਪ੍ਰੇਮ ਵਸ ਕਰਦਾ ਹੈ। ਸੋ ਇਹ 3 ਪੁਆਇੰਟਸ ਨੇ ਜੀ। ਜੀ ਬਹੁਤ ਵਧੀਆ ਜੀ। ਔਰ ਮੈਂ ਨॉन ਵਰਬਲ ਦੀ ਇੱਕ ਐਗਜ਼ਾਮਪਲ ਹੋਰ ਬੱਚਿਆਂ ਨੂੰ ਸ਼ੇਅਰ ਕਰਨਾ ਚਾਹਨੀ ਆ। ਅੱਜ ਕੱਲ ਸਾਰੇ ਦੇਖਨੇ ਨੇ ਕਿ ਜਿੰਨੇ ਵੀ ਦਿੱਲੀ ਦੇ ਬਾਰਡਰਸ ਨੇ ਉਹਦੇ ਤੇ ਜਿਹੜੇ ਸਿੱਖ ਨੇ ਉਹ ਬੈਠੇ ਨੇ, ਔਰ ਉੱਥੋਂ ਦੀ ਜਿਹੜੀਆਂ ਸਾਨੂੰ ਫੀਡਬੈਕਸ ਅਸੀਂ ਸਾਰੇ ਪੜ੍ਹਦੇ ਪਏ ਹਾਂ WhatsApp ਦੇ ਉੱਪਰ। ਕੀ ਫੀਡਬੈਕਸ ਆ ਰਹੇ ਨੇ ਕਿ ਇੱਕ ਲੜਕੀ ਹੈ ਉਹ ਕਹਿੰਦੀ ਹੈ ਕਿ ਮੈਂ ਅੱਜ ਸੇਫ ਹਾਂ, ਕਿਉਂ? ਕਿਉਂਕਿ ਸਿੱਖ ਬੈਠੇ ਆ। ਮਤਲਬ ਉਹਨਾਂ ਨੂੰ ਇਹ ਦੱਸਣਾ ਨਹੀਂ ਪੈ ਰਿਹਾ ਕਿ ਅਸੀਂ ਸਿੱਖ ਹਾਂ, ਅਸੀਂ ਤੁਹਾਡੀ ਸੇਫਟੀ ਲਈ ਹੈਗੇ ਆ। ਅਗਰ ਕੋਈ ਭੁੱਖਾ ਜਾ ਰਿਹਾ ਉਹਨੂੰ ਲੰਗਰ ਮਿਲ ਰਿਹਾ ਹੈ। ਅਗਰ ਕਿਸੇ ਨੂੰ ਉੱਥੇ ਜਿੱਦਾਂ ਸ਼ਾਮ ਦਾ ਟਾਈਮ ਹੋ ਗਿਆ, ਨਿਤਨੇਮ ਸਟਾਰਟ ਹੋ ਜਾਂਦਾ, ਕਹਿਣਾ ਨਹੀਂ ਪੈਂਦਾ। ਸੋ ਇਹ ਚੀਜ਼ਾਂ ਨॉन ਵਰਬਲ ਇਹਨੂੰ ਬੋਲਦੇ ਆ ਕਿ ਬਿਨਾਂ ਬੋਲੇ ਪ੍ਰਚਾਰ ਹੋ ਰਿਹਾ ਹੈ।
ਬਹੁਤ ਧੰਨਵਾਦ ਜੀ। ਸੋ ਨੈਕਸਟ ਜੇ ਆਪ ਕੁਐਸਚਨ ਜੀ ਬਲਰਾਜ। ਇੱਕ ਮਾਫੀ ਜੀ, ਮੈਂ ਬੱਚਾ ਆਪ ਜੀ ਨੂੰ ਡਿਸਟਰਬ ਕਰ ਰਹੀ ਹਾਂ। ਤੋ ਮਹਾਰਾਜ ਕਿਰਪਾ ਆਪ ਜੀ ਨੇ ਜੇ ਟੌਪਿਕ ਸ਼ੁਰੂ ਕੀਤਾ ਤੇ ਇੱਕ ਹੋਰ ਚੀਜ਼ ਹੈ ਨਾ, ਸਾਡੇ ਅੱਜ ਦੇ ਟੌਪਿਕ ਤੇ ਪੂਰਾ ਢੁਕਵਾ ਹੁੰਦਾ ਹੈ ਕਿ ਕਿਵੇਂ ਇਹ ਦਰਅਸਲ ਆਪਣੇ ਹੱਕ ਦੀ ਲੜਾਈ ਹੈ। ਲੜਾਈ ਵੀ ਨਹੀਂ ਹੈ, ਬਹੁਤ ਪ੍ਰੇਮ ਬਸ ਸਾਰੇ ਜਿੰਨੇ ਵੀ ਪਾਰਟਨਰਸ ਹੈਗੇ ਬਹੁਤ ਪ੍ਰੇਮ ਬਸ ਇੱਕ ਕਹਿ ਲਓ ਅਰਜ਼ੀ ਲੈ ਕੇ ਆਏ ਨੇ ਦਿੱਲੀ ਤੱਕ, ਹੈ ਨਾ। ਪਰ ਹੁਣ ਕੀ ਹੋਇਆ, ਸਾਰਿਆਂ ਨੇ ਇਹਨੂੰ ਮੀਡੀਆ ਨੇ ਤੇ ਪੋਲਿਟਿਕਸ ਨੇ ਕੀ ਬਣਾਤਾ, ਧਰਮ ਦੀ ਲੜਾਈ ਬਣਾਤਾ, ਜੋ ਕਿ ਸਾਨੂੰ ਮਹਾਰਾਜ ਨੇ ਬਿਲਕੁਲ ਵਰਜਿਆ। ਸੋ ਅਸੀਂ ਸਮਝੀਏ ਇਸ ਗੱਲ ਨੂੰ ਕਿ ਧਰਮ ਦੀ ਲੜਾਈ ਨਹੀਂ ਹੈ ਨਾ, ਤੇ ਅਸੀਂ ਕਦੀ ਵੀ ਨਾ ਧਰਮ ਦੀ ਲੜਾਈ ਵਿੱਚ ਪੈਣਾ ਹੈ ਤੇ ਨਾ ਹੀ ਧਰਮ ਦੀ ਲੜਾਈ ਨੂੰ ਅਸੀਂ ਐਕਸੈਪਟ ਕਰਦਿਆਂ ਨੂੰ ਵਧਾਵਾ ਦੇਣਾ ਹੈ। ਸੋ ਅਸੀਂ ਬਹੁਤ ਹੀ ਕ੍ਰਿਟੀਕਲ ਥਿੰਕਿੰਗ ਰੱਖਣੀ ਹੈ ਕਿ ਸੱਚ ਕੀ ਹੈ ਤੇ ਬਣ ਕੀ ਰਿਹਾ ਹੈ। ਸੋ ਇਹ ਜੋ ਕ੍ਰਿਟੀਕਲ ਥਿੰਕਿੰਗ ਹੈ, ਜੇ ਅਸੀਂ ਹੁਣੇ ਬਚਪਨ ਤੋਂ ਹੀ ਸ਼ੁਰੂ ਕਰਦੇ ਇਹ ਚੀਜ਼ਾਂ ਸਮਝਣੀਆਂ ਤੇ ਸਾਡੇ ਵਾਸਤੇ ਮਹਾਰਾਜ ਕਿਰਪਾ ਕਰਨ ਅੱਗੇ ਜਿਉਣਾ ਸ਼ਾਇਦ ਕਿਤੇ ਨਾ ਕਿਤੇ ਸੌਖਾ ਰਹੇਗਾ ਇਹ ਚੀਜ਼ਾਂ ਸਮਝਣੀਆਂ। ਮਾਫੀ ਜੀ, ਮੈਂ ਸ਼ਾਇਦ ਆਪ ਜੀ ਨੂੰ ਬੱਚੇ ਇਸ ਤਰ੍ਹਾਂ ਇੰਟਰਪਟ ਕੀਤਾ। ਨਹੀਂ, ਬਹੁਤ ਵਧੀਆ ਭੈਣ ਜੀ। ਔਰ ਇਹਦਾ ਜਿਹੜਾ ਮੈਸੇਜ ਜਾ ਰਿਹਾ ਅੱਜ ਦੇ ਇੱਕ ਨਿਊਜ਼ਪੇਪਰ ਦੇ ਵਿੱਚ ਆਇਆ ਸੀ, ਇੱਕ ਮੈਨੇਜਮੈਂਟ ਦਾ ਬੰਦਾ ਜਿਹੜਾ ਕਿ ਮੈਨੇਜਮੈਂਟ ਟੀਚ ਕਰਦੇ ਨੇ, ਉਹਨਾਂ ਨੇ ਅੱਜ ਇੱਕ ਪੂਰਾ ਐਡੀਟੋਰੀਅਲ ਲਿਖਿਆ ਹੈ ਕਿ ਹਾਊ ਟੂ ਜਿਹੜਾ ਹੈਗਾ ਉਹਨਾਂ ਨੇ ਵਿਸ਼ਾ ਲਿਆ ਸੀ ਕਰਾਊਡ ਮੈਨੇਜਮੈਂਟ ਦੇ ਉੱਪਰ, ਕਿ ਹਾਊ ਟੂ ਮੈਨੇਜ ਅ ਕਰਾਊਡ। ਇਹ ਕਹਿੰਦੇ ਸਾਨੂੰ ਹੁਣ ਸਿੱਖਾਂ ਤੋਂ ਸਿੱਖਣ ਦੀ ਲੋੜ ਹੈ। ਇਹ ਵੀ ਇੱਕ ਟੌਪਿਕ ਏਦਾਂ ਦੇ ਜਿਹੜੇ ਸਾਨੂੰ ਸਿੱਖ ਸਿਖਾ ਸਕਦੇ ਨੇ। ਬਹੁਤ ਪਿਆਰਾ ਉਹਨਾਂ ਨੇ ਟੌਪਿਕ ਲਿਖਿਆ। ਸੋ ਹੁਣ ਬਲਰਾਜ ਸਿੰਘ ਜੀ ਮਾਨਸਾ ਤੋਂ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਇਹ ਕੁਐਸਚਨ ਆ, ਜਿਹੜੇ ਸੱਚੀ ਸੁੱਚੀ ਕਿਰਤ ਕਰਦੇ ਨੇ ਉਹ ਤਾਂ ਜੀ ਗਰੀਬ ਹੁੰਦੇ ਨੇ, ਜਿਹੜੇ ਠੱਗੀਆਂ ਠੋਰੀਆਂ ਕਰਕੇ ਕਰਦੇ ਨੇ ਉਹ ਅਮੀਰ ਹੁੰਦੇ ਨੇ। ਉਹ ਅਮੀਰ ਕਿਉਂ ਹੁੰਦੇ ਨੇ ਜੀ? ਵਾਹਿਗੁਰੂ, ਇਹ ਦਿਲੋਂ ਨਿਕਲਿਆ ਇੱਕ ਸਵਾਲ ਹੈਗਾ ਸ਼ਾਇਦ ਸਾਰਿਆਂ ਦਾ ਜੀ। ਸੋ ਸਾਡੇ ਸਾਰਿਆਂ ਵਾਸਤੇ ਨਾ ਇੱਕ ਗੱਲ ਮਹਾਰਾਜ ਬਾਣੀ 'ਚ ਬਹੁਤ ਇੱਕ ਸਪਸ਼ਟ ਕਰਦੇ ਨੇ ਕਿ ਸਾਨੂੰ ਉਹੀ ਦਿਖਾਈ ਦਿੰਦਾ ਹੈ ਜੋ ਸਾਡੇ ਅੰਦਰ ਹੁੰਦਾ ਹੈ ਨਾ। ਹੁਣ ਜਦੋਂ ਅਸੀਂ ਗੱਲ ਕਰੀਏ ਕਿ ਜੋ ਸੱਚੀ ਸੁੱਚੀ ਕਿਰਤ ਕਰਦੇ ਨੇ ਉਹ ਗਰੀਬ ਹੁੰਦੇ ਨੇ, ਪਹਿਲੀ ਗੱਲ ਕਿ ਇਹ ਰਿਪਰੈਜ਼ੈਂਟ ਹੀ ਇਸ ਤਰ੍ਹਾਂ ਕੀਤਾ ਜਾਂਦਾ ਹੈ, ਇਹ ਸਿਰਫ ਸਾਡਾ ਖਿਆਲ ਇੱਕ ਬਣ ਚੁੱਕਾ ਹੈ ਤੇ ਅਸੀਂ ਬਣਾ ਲਿਆ ਹੈ ਕਿ ਸੱਚੀ ਸੁੱਚੀ ਕਿਰਤ ਕਰਨ ਨਾਲ ਜ਼ਿਆਦਾ ਕਮਾਈ ਨਹੀਂ ਹੁੰਦੀ ਨਾ। ਸੋ ਦੇਅਰਫੋਰ ਕਿ ਅਸੀਂ ਬਿਜ਼ਨਸ ਵਿੱਚ ਜਾਈਏ, ਅਸੀਂ ਠੱਗੀਆਂ ਕਰੀਏ, ਜ਼ਿਆਦਾ ਪੈਸਾ ਕਮਾਈਏ ਤੇ ਇੱਕ ਆਰਾਮਦਾਇਕ ਜੀਵਨ ਜੀਈਏ। ਇਹਨਾਂ ਦੇ ਦੋ ਪਹਿਲੂ ਨੇ। ਇੱਕ ਤੇ ਇਹ 100% ਸੱਚ ਨਹੀਂ ਹੈ, ਇਹ ਸਿਰਫ ਅਸੀਂ ਇੱਕ ਸਾਈਡ ਦੇਖੀ ਹੈ ਕਿ ਜੋ ਸੱਚੀ ਸੁੱਚੀ ਕਿਰਤ ਕਰ ਰਹੇ ਨੇ ਉਹ ਗਰੀਬ ਨੇ ਨਾ। ਅਸੀਂ ਐਸੇ ਮਹਾਰਾਜ ਕਿਰਪਾ ਬਹੁਤ ਗੁਰਸਿੱਖ ਹੈਗੇ ਜੋ ਕਿ ਸੱਚੀ ਸੁੱਚੀ ਕਿਰਤ ਕਰਨ ਤੇ ਉਹਨਾਂ ਕੋਲ ਅਥਾਹ ਮਹਾਰਾਜ ਨੇ ਉਹਨਾਂ ਨੂੰ ਮਾਇਆ ਵੀ ਬਖਸ਼ੀ ਹੈ ਨਾ। ਹੁਣ ਪੁਆਇੰਟ ਕੀ ਆਉਂਦਾ ਹੈ ਕਿ ਅਗਰ ਸਾਡੇ ਕੋਲ 100 ਰੁਪੀਜ਼ ਹੈਗੇ ਨਾ ਤੇ ਸੱਚੀ ਸੁੱਚੀ ਕਿਰਤ ਦੇ ਹੈਗੇ, ਅਸੀਂ ਉਹਦੇ ਚੋਂ ਕੀ ਕਰ ਰਹੇ ਹਾਂ ਉਹ ਵੀ ਸਾਡੇ ਸੱਚੀ ਸੁੱਚੀ ਕਿਰਤ ਵਿੱਚ ਆਉਂਦਾ ਹੈ। ਸੋ ਹੁਣ ਫॉर ਐਗਜ਼ਾਮਪਲ ਅਗਰ ਤੁਹਾਡੇ ਕੋਲ 100 ਰੁਪੀਜ਼ ਹੈਗੇ, ਤੁਸੀਂ ਸੱਚੀ ਸੁੱਚੀ ਕਿਰਤ ਕਰ ਰਹੇ ਹੋ, ਦੂਸਰਾ ਬੰਦਾ ਠੱਗੀ ਕਰਕੇ ਵੀ 100 ਰੁਪੀਜ਼ ਕਮਾ ਰਿਹਾ, ਅਗਰ ਤੁਸੀਂ ਉਹਦੇ ਚੋਂ ਦਸਵੰਧ ਕੱਢੋਗੇ ਤੁਹਾਡੇ ਕੋਲ ਕਿੰਨੇ ਰਹਿ ਗਏ? 90। ਦੂਸਰੇ ਨੇ ਨਹੀਂ ਕੱਢਿਆ, ਉਹਦੇ ਕੋਲ ਕਿੰਨੇ ਬਚ ਗਏ? 100 ਨਾ। ਸੋ ਹੁਣ ਅਮੀਰ ਜ਼ਿਆਦਾ ਕੌਣ ਹੋਇਆ? 100 ਵਾਲਾ, ਰਾਈਟ। ਸੋ ਦੋ ਪਹਿਲੂ ਕਿ ਇੱਕ ਤੇ ਜਦੋਂ ਅਸੀਂ ਕਮਾਈ ਕਰ ਰਹੇ ਹਾਂ, ਜਦੋਂ ਅਸੀਂ ਕੋਈ ਵੀ ਕਿਰਤ ਕਰ ਰਹੇ ਹਾਂ, ਪਹਿਲੀ ਗੱਲ ਐਸਾ ਨਹੀਂ ਹੈ ਕਿ ਸੱਚੀ ਸੁੱਚੀ ਕਿਰਤ ਕਰਕੇ ਘੱਟ ਹੀ ਪੈਸਾ ਆਉਂਦਾ ਹੈ, ਸਾਨੂੰ ਘੱਟ ਲੱਗਦਾ ਹੈ, ਦੂਸਰੇ ਦੇਖਣ ਵਾਲੇ ਨੂੰ ਘੱਟ ਲੱਗਦਾ ਹੈ, ਕਿਉਂਕਿ ਜੋ ਸੱਚੀ ਸੁੱਚੀ ਕਿਰਤ ਕਰ ਰਿਹਾ ਉਹ ਆਪਣੇ ਕੋਲ ਕਦੇ ਇਸ ਤਰ੍ਹਾਂ ਇਕੱਠਾ ਕਰਕੇ ਜਾਂ ਬਹੁਤ ਵੱਡੀਆਂ ਕੋਠੀਆਂ ਖੜੀਆਂ ਕਰਕੇ ਸ਼ੋ ਆਫ ਨਹੀਂ ਕਰੇਗਾ ਨਾ। ਦੂਸਰੀ ਗੱਲ ਇਹ ਹੋ ਗਿਆ ਇੱਕ ਪਹਿਲੂ। ਹੁਣ ਦੂਸਰਾ ਪਹਿਲੂ ਜੋ ਆਉਂਦਾ ਹੈ ਕਿ ਮਹਾਰਾਜ ਨੇ ਇੱਕ ਸਾਨੂੰ ਬਹੁਤ ਹੀ ਪਿਆਰੀ ਚੀਜ਼ ਬਖਸ਼ੀ ਹੈ ਜਿਹਨੂੰ ਕੰਟੈਂਟਮੈਂਟ ਮਹਾਰਾਜ ਨੇ ਕਿਹਾ ਹੈ ਨਾ, ਕਿ ਸਾਡੇ 'ਚ ਸੰਤੋਖ ਹੋਣਾ ਚਾਹੀਦਾ। ਜਿੰਨਾ ਮਹਾਰਾਜ ਨੇ ਦਿੱਤਾ ਉਹਦੇ ਵਿੱਚ ਖੁਸ਼ ਰਹਿਣਾ, ਮਹਾਰਾਜ ਦੇ ਹੁਕਮ ਨੂੰ ਮੰਨਣਾ। ਸੋ ਸੱਚੀ ਸੁੱਚੀ ਕਿਰਤ ਦਾ ਤੇ ਇੱਕ ਸਿੱਖ ਹੋਣ ਦਾ ਇਹ ਬਹੁਤ ਹੀ ਪਿਆਰਾ ਤੇ ਬਹੁਤ ਹੀ ਕਹਿ ਲਓ ਬਹੁਤ ਇੱਕ ਵੱਡਾ ਪ੍ਰੋਮੀਨੈਂਟ ਫੈਕਟਰ ਹੁੰਦਾ ਹੈ ਕਿ ਸੰਤੋਖ ਵਿੱਚ ਰਹਿਣਾ।
ਕੰਟੈਂਟ ਰਹਿਣਾ ਕਿ ਜਿੰਨਾ ਵੀ ਮਹਾਰਾਜ ਨੇ ਬਖਸ਼ਿਆ ਉਹਦੇ ਵਿੱਚ ਹੀ ਸਭ ਸੁੱਖ ਹੈ, ਸਭ ਚੜ੍ਹਦੀ ਕਲਾ ਹੈ, ਸਭ ਆਨੰਦ ਹੈ। ਹੁਣ the point is ਕਿ ਮਹਾਰਾਜ ਨੇ ਕਦੀ ਵੀ ਇੱਕ ਲਗਜ਼ੂਰੀਅਸ ਲਾਈਫ ਨੂੰ ਅੱਛੀ ਲਾਈਫ ਨਹੀਂ ਕਿਹਾ ਨਾ। ਅੱਛੀ ਲਾਈਫ ਕਿਹੜੀ ਹੁੰਦੀ ਜੋ ਮਹਾਰਾਜ ਦੇ ਹੁਕਮ ਵਿੱਚ ਬੀਤੇ। ਸੋ ਅਸੀਂ ਆਪਣੇ ਪਹਿਲੇ ਮਾਈਂਡ 'ਚ ਕਲੀਅਰ ਕਰਨਾ ਹੈ ਕਿ ਸਾਨੂੰ ਉਹ ਜ਼ਿਆਦਾ ਪੈਸੇ ਵਾਲੀ ਲਗਜ਼ੂਰੀਅਸ ਲਾਈਫ ਚਾਹੀਦੀ ਹੈ, ਫਿਰ ਚਾਹੇ ਜਿੰਨੇ ਮਰਜ਼ੀ ਉਹਦੇ 'ਚ ਠੱਗ ਹੋਣ, ਜਿੰਨੇ ਮਰਜ਼ੀ ਉਹਦੇ 'ਚ ਦੁੱਖ ਹੋਣ, ਜਾਂ ਸਾਨੂੰ ਉਹ ਪਿਆਰ ਵਾਲੀ, ਉਹ ਸੱਚੀ ਸੁੱਚੀ ਲਾਈਫ ਚਾਹੀਦੀ ਹੈ ਜੋ ਮਹਾਰਾਜ ਨੇ ਸਾਨੂੰ ਦਰਅਸਲ ਜੀਣ ਨੂੰ ਕਿਹਾ ਨਾ। ਸੋ ਸਾਨੂੰ ਇਹ ਪਹਿਲੇ ਆਪਣੇ ਮਾਈਂਡ ਵਿੱਚ ਕਲੀਅਰ ਕਰਨਾ ਹੈ ਕਿ ਸਾਨੂੰ ਕਿਹੜੀ ਲਾਈਫ ਚਾਹੀਦੀ ਹੈ। ਦੂਸਰੀ ਗੱਲ, ਜਦੋਂ ਕਲੀਅਰ ਹੋ ਗਿਆ, ਅਗਰ ਤਾਂ ਠੱਗ ਵਾਲੀ ਚਾਹੀਦੀ ਹੈ, ਉਹਦੇ 'ਚ ਸਿੱਖੀ ਹੈ ਹੀ ਨਹੀਂ, ਉਹਨੂੰ ਸਾਈਡ ਤੇ ਕਰ। ਜੇ ਸਾਨੂੰ ਮਹਾਰਾਜ ਦੀ ਬਖਸ਼ੀ ਸੱਚੀ ਸੁੱਚੀ ਇੱਕ ਜੀਵਨ ਜਿਉਣਾ ਹੈ, ਫਿਰ ਉਹਦੇ ਵਿੱਚ ਭਾਵੇਂ ਜਿੰਨਾ ਵੀ ਮਾਇਆ ਆਏ ਉਹ ਮਹਾਰਾਜ ਦੇ ਹੁਕਮ ਵਿੱਚ ਹੈ। ਅਸੀਂ ਮਾਇਆ ਪਿੱਛੇ ਨਹੀਂ ਭੱਜਣਾ ਹੈ ਨਾ। ਸੋ ਜੋ ਸੱਚੀ ਸੁੱਚੀ ਕਿਰਤ ਕਰਦੇ ਨੇ, ਮਾਇਆ ਪਿੱਛੇ ਨਹੀਂ ਭੱਜਦੇ। ਮਹਾਰਾਜ ਨੇ ਵਰਜਿਆ ਸਾਨੂੰ ਕਿਸੇ ਮਾਇਆ ਦੇ ਪਿੱਛੇ ਨਹੀਂ ਭੱਜਣਾ। ਸੋ ਨੰਬਰ 1 ਰੀਜ਼ਨ ਇਹ ਵੀ ਹੁੰਦਾ ਹੈ ਕਿ ਕਿਉਂਕਿ ਸੱਚੀ ਸੁੱਚੀ ਕਿਰਤ ਕੀਤੀ, ਮਾਇਆ ਪਿੱਛੇ ਨਹੀਂ ਭੱਜੇ, ਤੇ ਨੈਚੁਰਲੀ ਓਨੀ ਮਾਇਆ ਨਹੀਂ ਹੋਏਗੀ ਜਿੰਨੇ ਠੱਗੀ ਕਰਕੇ ਆਈ, ਪਰ ਜੋ ਹੋਏਗੀ ਫਿਰ ਉਹਦੇ ਵਿੱਚ ਕੰਟੈਂਟਮੈਂਟ ਹੋਏਗੀ, ਉਹਦੇ ਵਿੱਚ ਸੁੱਖ ਹੋਏਗਾ। ਆਈ ਹੋਪ ਇਟ ਕਲੀਅਰਸ। ਬਹੁਤ ਵਧੀਆ ਭੈਣ ਜੀ। ਸੋ ਬੱਚੇ ਜਿਨ੍ਹਾਂ ਨੇ ਵੀ ਇਹ ਸਵਾਲ ਪੁੱਛਿਆ, ਇੱਕ ਕੁਐਸਚਨ ਆਪਣੇ ਆਪ ਨਾਲ ਜ਼ਰੂਰ ਕਰਨਾ ਕਿ ਜਿਹਦੇ ਕੋਲ ਨਹੀਂ ਹੈ ਉਹ ਸੁਖੀ ਹੈ ਕਿ ਜਿਹਦੇ ਕੋਲ ਘੱਟ ਹੈ ਉਹ ਸੁਖੀ ਹੈ। ਜਿਹੜੇ ਸੱਚੀ ਸੁੱਚੀ ਕਿਰਤ ਕਰ ਰਹੇ ਉਹ ਸੁਖੀ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਡਿਫਾਈਨ ਕਰਨਾ ਪਏਗਾ ਕਿ ਅਸੀਂ ਕਿੱਦਾਂ ਦੀ ਲਾਈਫ ਜੀਣਾ ਚਾਹੁੰਦੇ ਹਾਂ, ਸੁੱਖ ਵਾਲੀ ਕਿ ਦੁੱਖ ਵਾਲੀ। ਜਿਹੜਾ ਸੁੱਖ ਵਾਲੀ ਜੀਣਾ ਚਾਹੁੰਦਾ ਹੈ ਉਹ ਸਬਰ ਸੰਤੋਖ ਵਾਲੀ ਹੋਏਗੀ। ਜਿਹੜਾ ਦੁੱਖ ਵਾਲੀ ਜੀਣਾ ਚਾਹੁੰਦਾ ਹੈ ਉਹ ਤਾਂ ਬੜੀ ਦੁਨੀਆ ਹੈਗੀ ਆ ਉਸ ਰਾਹ ਤੇ। ਸੋ ਸਮੇਂ ਦੀ ਸੀਮਾ ਨੂੰ ਦੇਖਦੇ ਹੋਏ ਕਿ ਜਿਹੜਾ ਕੈਂਪ ਦਾ ਟਾਈਮ ਹੈ, ਪਤਾ ਹੀ ਨਹੀਂ ਲੱਗਿਆ ਕਿ ਕਦੋਂ ਜਿਹੜਾ ਟਾਈਮ ਉਹਦੀ ਸਮਾਪਤੀ ਵੀ ਹੋ ਗਈ ਹੈ। ਸੋ ਭੈਣ ਜੀ ਨੇ ਬਹੁਤ ਵਧੀਆ ਸਾਰੇ ਹੀ ਬੱਚਿਆਂ ਦੇ ਬੜੇ ਪ੍ਰੇਮ ਦੇ ਨਾਲ ਆਨਸਰ ਕੀਤੇ ਨੇ। ਬਹੁਤ ਬਹੁਤ ਧੰਨਵਾਦ ਭੈਣ ਜੀ ਦਾ। ਔਰ ਹਜੇ ਵੀ ਬਹੁਤ ਸਾਰੇ ਬੱਚਿਆਂ ਦੇ ਹੈਂਡ ਰੇਜ਼ ਨੇ, ਬਟ ਸਮਾਂ ਘੱਟ ਹੋਣ ਕਰਕੇ ਅਸੀਂ ਹੋਰ ਬੱਚਿਆਂ ਦੇ ਹੈਂਡ ਰੇਜ਼ ਨਹੀਂ ਲੈ ਸਕਾਂਗੇ। ਪਰ ਮੈਂ ਫਿਰ ਤੋਂ ਬੱਚਿਆਂ ਨੂੰ ਬੇਨਤੀ ਕਰਾਂਗੀ, ਸਾਰੇ ਸਟੂਡੈਂਟਸ ਨੂੰ ਬੇਨਤੀ ਕਰਾਂਗੀ ਕਿ ਅੱਜ ਦਾ ਜਿਹੜਾ ਵਿਸ਼ਾ ਸੀ ਕਿ ਅਸੀਂ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਨੂੰ ਪਹਿਲਾਂ ਤਾਂ ਆਪਣੇ ਲਾਈਫ ਦੇ ਵਿੱਚ ਲੈ ਕੇ ਆਈਏ, ਫਿਰ ਉਸਨੂੰ ਉਹਨਾਂ ਹੀ ਸਿੱਖਿਆਵਾਂ ਨੂੰ ਅਸੀਂ ਜਿਹੜਾ ਹੈਗਾ ਉਹ ਘਰ ਘਰ ਪਹੁੰਚਾਈਏ। ਔਰ ਘਰ ਘਰ ਪਹੁੰਚਾਉਣ ਦੇ ਲਈ ਸਭ ਤੋਂ ਇੰਪੋਰਟੈਂਟ ਹੈਗਾ ਕਿ ਅਸੀਂ ਉਹਦਾ ਪ੍ਰਚਾਰ ਚਾਹੇ ਵਰਬਲ ਤੌਰ ਤੇ ਜਾਂ ਨਾਨ ਵਰਬਲ ਤੌਰ ਤੇ ਕਰੀਏ। ਔਰ ਉਹਦੇ ਲਈ ਅਸੀਂ ਸਾਰੇ ਇੱਕ ਨਵਾਂ ਪ੍ਰੋਜੈਕਟ ਸਟਾਰਟ ਕਰਨ ਲੱਗੇ ਹਾਂ ਕਿ ਜਿਹੜੇ ਵੀ ਵਿਦਿਆਰਥੀ ਅਗਰ ਉਹ ਚਾਹੁੰਦੇ ਨੇ ਕਿ ਸਿੱਖੀ ਦਾ ਪ੍ਰਚਾਰ ਅਸੀਂ ਜਿਹੜਾ ਹੈਗਾ ਉਹ ਘਰ ਘਰ ਪਹੁੰਚਾਈਏ, ਉਹਦੇ ਵਾਸਤੇ ਮੈਂ ਜਿੱਦਾਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਆਪਣੇ ਇਲਾਕੇ ਦੇ ਵਿੱਚ ਅਸੀਂ ਵੀਕਲੀ ਕਲਾਸ ਜਾਂ ਟਵਾਈਸ ਅ ਵੀਕ ਇੱਕ ਕਲਾਸ ਸਟਾਰਟ ਕਰੀਏ। ਜਿਹੜੇ ਵੀ ਵਿਦਿਆਰਥੀ ਇਹ ਕਰਨਾ ਚਾਹੁੰਦੇ ਨੇ ਔਰ ਇਸ ਪ੍ਰੋਜੈਕਟ ਦਾ ਹਿੱਸਾ ਬਣਨਾ ਚਾਹੁੰਦੇ ਨੇ ਕਿ ਜੋ ਉਹਨਾਂ ਨੇ ਹੁਣ ਤੱਕ ਸਿੱਖਿਆ ਉਹ ਅੱਗੇ ਪ੍ਰਚਾਰਨਾ ਚਾਹੁੰਦੇ ਨੇ, ਮੈਂ ਉਹਨਾਂ ਵਿਦਿਆਰਥੀਆਂ ਨੂੰ ਬੇਨਤੀ ਕਰਾਂਗੀ, ਮੈਂ ਇੱਕ ਨੰਬਰ ਸ਼ੇਅਰ ਕਰ ਰਹੀ ਹਾਂ, ਉਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਸੋ ਉਸ ਤੋਂ ਇਲਾਵਾ ਇੱਕ ਹੋਰ ਬੇਨਤੀ ਹੈਗੀ ਹੈ ਕਿ ਜਿੱਦਾਂ ਬਹੁਤ ਸਾਰੇ ਬੱਚੇ ਨੇ ਇਸ ਵੇਲੇ ਜਿਹੜੇ ਐਜੂਕੇਟ ਪੰਜਾਬ ਪ੍ਰੋਜੈਕਟ ਰਾਹੀਂ ਇਸ ਨੰਬਰ ਤੇ ਤੁਸੀਂ ਜਿਹੜਾ ਮੈਸੇਜ ਕਰਨਾ ਹੈ। ਔਰ ਇਸ ਤੋਂ ਬਾਅਦ ਬੇਨਤੀ ਹੈਗੀ ਹੈ, ਹੋਪ ਸਾਰਿਆਂ ਨੇ ਨੰਬਰ ਨੋਟ ਕਰ ਲਿਆ ਹੋਏਗਾ, ਸੇਮ ਨੰਬਰ ਹੀ ਹੈ ਫੀਡਬੈਕ ਵਾਲਾ। ਔਰ ਇੱਕ ਬੇਨਤੀ ਹੋ ਰਹੀ ਹੈ ਜੀ ਸਾਰੇ ਹੀ ਵਿਦਿਆਰਥੀਆਂ ਨੂੰ, ਜਦ ਤੱਕ ਬੱਚੇ ਅਟੈਂਡੈਂਸ ਸਟਾਰਟ ਕਰਦੇ ਨੇ, ਕਿ ਜਿਸ ਤਰ੍ਹਾਂ ਕਿ ਤੁਹਾਡੀ ਮਦਦ ਕੀਤੀ ਜਾਂਦੀ ਹੈ, ਤੁਸੀਂ ਸਕਾਲਰਸ਼ਿਪ ਲੈ ਕੇ ਆਪਣੀ ਸਟੱਡੀਜ਼ ਕਰ ਰਹੇ ਹੋ। ਬੜੇ ਸਾਰੇ ਬੱਚੇ ਨੇ ਜਿਨ੍ਹਾਂ ਨੂੰ ਫੀਸ ਉਹਨਾਂ ਦੀ ਸਕੂਲ ਵੱਲੋਂ ਨਹੀਂ ਹੁੰਦੀ, ਬਟ ਉਹ ਟਿਊਸ਼ਨ ਪੜ੍ਹਨਾ ਚਾਹੁੰਦੇ, ਜਾਂ ਕੁਝ ਬੱਚੇ ਸਕੂਲ ਹੀ ਨਹੀਂ ਜਾਂਦੇ, ਬਟ ਉਹਨਾਂ ਨੂੰ ਸਾਨੂੰ ਅਸੀਂ ਕਹਿੰਦੇ ਹਾਂ ਨਾ ਬੇਸਿਕ ਐਜੂਕੇਸ਼ਨ ਜਿਹੜੀ ਉਹ ਸਭ ਲਈ ਜ਼ਰੂਰੀ ਹੁੰਦੀ ਹੈ। ਸੋ ਅਗਰ ਜਿਹੜੇ ਵੀ ਸਟੂਡੈਂਟਸ ਇਹਦਾ ਪਾਰਟ ਬਣਨਾ ਚਾਹੁੰਦੇ ਨੇ, ਜਿਹੜੇ ਬੱਚੇ ਬਿਲਕੁਲ ਲੋੜਵੰਦ ਨੇ, ਉਹਨਾਂ ਨੂੰ ਕੁਝ ਨਹੀਂ ਆਉਂਦਾ ਜਾਂ ਉਹ ਕੁਝ ਵੀ ਪੇ ਨਹੀਂ ਕਰ ਸਕਦੇ, ਉਹਨਾਂ ਨੂੰ ਟਿਊਸ਼ਨਸ ਦੇਣਾ ਚਾਹੁੰਦੇ ਨੇ, ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਉਹਨਾਂ ਬੱਚਿਆਂ ਨੂੰ, ਕਿਉਂਕਿ ਉਹ ਬੱਚੇ ਬਿਲਕੁਲ ਪੇ ਨਹੀਂ ਕਰ ਸਕਦੇ, ਸੋ ਉਹਨਾਂ ਬੱਚਿਆਂ ਨੂੰ ਜਿਹੜੀ ਫ੍ਰੀ ਟਿਊਸ਼ਨਸ ਉਹ ਦਿੱਤੀਆਂ ਜਾਣਗੀਆਂ। ਔਰ ਜ਼ਰੂਰ ਜਿਹੜੇ ਇਹ ਸੇਵਾ ਲਈ ਅੱਗੇ ਆਣਗੇ, ਜ਼ਰੂਰ ਇਹਦਾ ਕੁਝ ਨਾ ਕੁਝ ਸੇਵਾ ਫਲ ਉਹਨਾਂ ਨੂੰ ਜ਼ਰੂਰ ਦਿੱਤਾ ਜਾਏਗਾ, ਤਾਂ ਕਿ ਵੱਧ ਤੋਂ ਵੱਧ ਜਿਹੜੇ ਸਾਡਾ ਸਮਾਜ ਆ ਉਹ ਪੜ੍ਹਿਆ ਲਿਖਿਆ ਸਮਾਜ ਹੋਵੇ। ਸੋ ਜਿਹੜੇ ਵੀ ਕਰਨਾ ਚਾਹੁੰਦੇ ਨੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ। ਮੈਂ ਇੱਕ ਫੋਟੋਗ੍ਰਾਫ ਸ਼ੇਅਰ ਕਰਨਾ ਚਾਹੁੰਦੀ ਹਾਂ ਜੀ ਕਿ ਇੱਕ ਜਿਹੜੇ ਸਾਡੇ ਇੱਕ ਇਲਾਕਾ ਹੈਗਾ ਜੀ ਰਾਮਪੁਰਾ ਫੂਲ ਵਾਲੇ ਪਾਸੇ, ਬੱਲੋਕੇ ਦੇ ਨੇੜੇ। ਸੋ ਉੱਥੋਂ ਦੇ ਇੱਕ ਭੈਣ ਹੈਗੇ ਨੇ, ਸਾਨੂੰ ਪਤਾ ਲੱਗਿਆ ਆਲਰੇਡੀ ਇਹ ਵਾਲੀ ਜਿਹੜੀ ਸੇਵਾ ਇਹ ਕਰ ਰਹੇ ਨੇ, ਔਰ ਜਿੱਥੇ ਉਹ ਬੱਚਿਆਂ ਨੂੰ ਨਾਲ ਟਿਊਸ਼ਨ ਦਿੰਦੇ ਨੇ, ਉੱਥੇ ਨਾਲ ਦੀ ਨਾਲ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਵੀ ਦੇ ਰਹੇ ਨੇ। ਮੈਂ ਇੱਕ ਫੋਟੋਗ੍ਰਾਫ ਸ਼ੇਅਰ ਕਰ ਰਹੀ ਹਾਂ।
ਸੋ ਇਹਨਾਂ ਬੱਚਿਆਂ ਨੂੰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇਹ ਬੱਚਿਆਂ ਨੂੰ ਫ੍ਰੀ ਟਿਊਸ਼ਨਸ ਵੀ ਪੜ੍ਹਾਉਂਦੇ ਨੇ, ਆਪ ਵੀ ਬੇਸ਼ੱਕ ਹਜੇ ਇਹਨਾਂ ਕੋਲ ਇੰਨਾ ਨਹੀਂ ਹੈ ਕਿ ਆਪਣਾ ਗੁਜ਼ਾਰਾ ਬਹੁਤ ਵਧੀਆ ਚਲਾਉਂਦੇ ਹੋਣ। ਸਾਨੂੰ ਇਹ ਕੱਲ ਹੀ ਮਿਲੇ ਨੇ ਭੈਣ ਜੀ, ਸੋ ਬੜਾ ਅੱਛਾ ਲੱਗਦਾ ਹੈ ਕਿ ਇਸ ਤਰ੍ਹਾਂ ਉਹ ਸੇਵਾ ਵਾਲੇ ਪਾਸੇ ਨੇ। ਜ਼ਰੂਰੀ ਨਹੀਂ ਕਿ ਸਾਡੇ ਕੋਲ ਪੈਸਾ ਹੋਏਗਾ ਅਸੀਂ ਤਾਂ ਹੀ ਸੇਵਾ ਕਰ ਸਕਦੇ ਹਾਂ, ਸਾਡੇ ਕੋਲ ਕੁਝ ਵੀ ਹੈ ਵੰਡਣ ਦੇ ਲਈ, ਅਸੀਂ ਵੰਡ ਸਕਦੇ ਹਾਂ। ਉਸ ਦਿਨ ਅਸੀਂ ਵੰਡ ਛਕੋ ਦੀ ਗੱਲ ਕੀਤੀ ਸੀ ਕਿ ਜੇ ਸਾਡੇ ਕੋਲ ਗਿਆਨ ਹੈ ਅਸੀਂ ਉਹ ਵੀ ਵੰਡ ਸਕਦੇ ਹਾਂ। ਸੋ ਅਗਰ ਕੋਈ ਵੀ ਵਿਦਿਆਰਥੀ ਜਿਹੜੇ ਸਮਝਦੇ ਨੇ ਕਿ ਅਸੀਂ ਇਹ ਸੇਵਾ ਕਰ ਸਕਦੇ ਹਾਂ, ਦਿਨ ਦਾ 1 ਘੰਟਾ ਜਾਂ 2 ਘੰਟੇ ਅਸੀਂ ਕੱਢ ਸਕਦੇ ਹਾਂ, ਸੋ ਜ਼ਰੂਰ ਇਸ ਸੇਵਾ ਵਿੱਚ ਆਪਣਾ ਹਿੱਸਾ ਪਾਈਏ। ਸੋ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਭੈਣ ਜੀ ਮਨਮੀਤ ਕੌਰ ਜੀ ਦਾ ਸਪੈਸ਼ਲ ਤੌਰ ਤੇ ਧੰਨਵਾਦ ਕਿ ਉਹਨਾਂ ਨੇ ਫਿਰ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਵਿਦਿਆਰਥੀਆਂ ਦੇ ਨਾਲ ਅੱਜ ਸਾਂਝ ਪਾਈ ਹੈ ਜੀ। ਸੋ ਆਸ ਕਰਦੇ ਅੱਗੇ ਤੋਂ ਵੀ ਜ਼ਰੂਰ ਭੈਣ ਜੀ ਵਿਦਿਆਰਥੀਆਂ ਨੂੰ, ਕਿਉਂਕਿ ਬੱਚਿਆਂ ਵੱਲੋਂ ਸਪੈਸ਼ਲੀ ਰਿਕੁਐਸਟ ਆਉਂਦੀ ਰਹਿੰਦੀ ਹੈ ਕਿ ਸਾਨੂੰ ਨਵੇਂ ਤੋਂ ਨਵਾਂ ਵਿਸ਼ਾ ਜਿਹੜਾ ਹੈਗਾ ਉਹਨਾਂ ਬੱਚਿਆਂ ਨੂੰ ਜਿਹੜਾ ਦਿੱਤਾ ਜਾਵੇ ਤਾਂ ਕਿ ਆਪਣੀ ਲਾਈਫ ਦੇ ਵਿੱਚ ਅੱਗੇ ਵੱਧ ਸਕਣ, ਆਪਣੀ ਸ਼ਖਸੀਅਤ ਨੂੰ ਹੋਰ ਵਧੀਆ ਬਣਾ ਸਕਣ ਅਤੇ ਆਪਣੇ ਸਮਾਜ ਨੂੰ ਚੰਗਾ ਬਣਾ ਸਕਣ। ਸੋ ਸਾਰੇ ਹੀ ਵਿਦਿਆਰਥੀਆਂ ਦਾ, ਭੈਣ ਜੀ ਮਨਮੀਤ ਕੌਰ ਜੀ ਦਾ, ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੀ। ਸੋ ਕੱਲ ਨੂੰ ਫਿਰ ਸਾਰਿਆਂ ਨੇ 4 ਵਜੇ ਜੁੜਨਾ, ਜਿੱਥੇ ਅਸੀਂ ਆਪ ਜੁੜੀ ਉੱਥੇ ਆਪਣੇ ਨਾਲ ਆਪਣੀ ਰਿਸ਼ਤੇਦਾਰੀ, ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਜ਼ਰੂਰ ਮੈਸੇਜ ਪਹੁੰਚਾਈਏ ਕਿ ਅਸੀਂ ਇਹ ਸਾਰੇ ਕੈਂਪ ਨੂੰ ਜੁਆਇਨ ਕਰੀਏ ਤੇ ਨਵਾਂ ਸਿੱਖੀਏ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।